हेलो एवरीबॉडी वेलकम टू द ऑफिशियल चैनल ऑफ एरुडिशन स्टडीज़। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕਰਨ ਵਾਲੇ ਹਾਂ ਜੀ ਪੋਲਿਟੀ ਦੀ ਥਿਊਰੀ, ਜਿਸ ਦੇ ਵਿੱਚ ਅਸੀਂ ਜ਼ੀਰੋ ਟੂ ਹੀਰੋ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਆ। ਜਿਹੜੇ ਸਟੂਡੈਂਟਸ ਸੀ ਸਾਇੰਸ ਬੈਕਗ੍ਰਾਉਂਡ ਹੈ, ਮੈਥਸ ਬੈਕਗ੍ਰਾਉਂਡ ਹੈ, ਜਿਨ੍ਹਾਂ ਨੂੰ ਪੋਲਿਟੀ ਦੀ ਏ ਵੀ ਨਹੀਂ ਆਉਂਦੀ, ਉਹਨਾਂ ਦੇ ਲਈ ਵੀ ਇਹ ਵਾਲੇ ਸੈਸ਼ਨਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣਗੇ। ਬਿਕਾਜ਼ ਇਹਨਾਂ ਸੈਸ਼ਨਸ ਨੂੰ ਅਸੀਂ ਡਿਜ਼ਾਈਨ ਇਸ ਤਰ੍ਹਾਂ ਕੀਤਾ ਹੈ ਜਿਸ ਦੇ ਵਿੱਚ ਤੁਹਾਡੇ ਸਾਰੇ ਹੀ ਬੇਸਿਕਸ ਕਲੀਅਰ ਹੋਣਗੇ, ਨੰਬਰ 1। ਨੰਬਰ 2, ਵੈਰੀ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਵਾਲੇ ਸੈਸ਼ਨਸ ਪ੍ਰੋਵਾਈਡ ਕੀਤੇ ਜਾ ਰਹੇ ਹੈ। ਜਿਨ੍ਹਾਂ ਨੂੰ ਪੋਲਿਟੀ ਦਾ ਕੁਝ ਵੀ ਨਹੀਂ ਪਤਾ ਨਾ, ਉਹਨਾਂ ਨੂੰ ਵੀ ਇਹ ਵਾਲੇ ਸੈਸ਼ਨਸ ਬਹੁਤ ਆਸਾਨੀ ਨਾਲ ਸਮਝ ਆਣਗੇ, ਠੀਕ ਹੈ। ਐਂਡ ਅਗਰ ਤੁਸੀਂ ਯੂਪੀਐਸਸੀ ਦੀ ਤਿਆਰੀ ਕਰ ਰਹੇ ਹੋ, ਤੁਸੀਂ ਸਟੇਟ ਪੀਸੀਐਸ ਦੀ ਤਿਆਰੀ ਕਰ ਰਹੇ ਹੋ, ਇਹਨਾਂ ਦੇ ਲਈ ਵੀ ਇਹ ਸੈਸ਼ਨ ਸਾਰੇ ਹੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣਗੇ। ਪੋਲਿਟੀ ਦਾ ਕੋਈ ਵੀ ਐਦਾਂ ਦਾ ਚੈਪਟਰ ਨਹੀਂ ਹੋਏਗਾ ਜਿਹੜਾ ਕਿ ਇਸ ਸੀਰੀਜ਼ ਦੇ ਦੌਰਾਨ ਕਵਰ ਨਾ ਕੀਤਾ ਗਿਆ ਹੋਏ, ਠੀਕ ਹੈ। ਔਰ ਇਹ ਬਹੁਤ ਹੀ ਜ਼ਿਆਦਾ ਐਗਜ਼ਾਮ ਓਰੀਐਂਟਡ ਸੀਰੀਜ਼ ਰਹਿਣ ਵਾਲੀ ਹੈ, ਜਿਸ ਦੇ ਵਿੱਚ ਅਗਰ ਤੁਸੀਂ ਇਹਨਾਂ ਨੂੰ ਧਿਆਨ ਨਾਲ ਸਮਝ ਲੈਂਦੇ ਹੋ, ਸਾਰੇ ਸੈਸ਼ਨਸ ਧਿਆਨ ਨਾਲ ਦੇਖਦੇ ਹੋ, ਤਾਂ ਫਿਰ ਇਹਦੇ ਤੋਂ ਬਾਹਰ ਤੁਹਾਨੂੰ ਪੋਲਿਟੀ ਦਾ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਏਗਾ। ਆਈ ਅਸ਼ੋਰ ਯੂ ਦੈਟ, ਠੀਕ ਹੈ। 100% ਮੈਂ ਇਸ ਚੀਜ਼ ਦੀ ਗਾਰੰਟੀ ਲੈ ਰਹੀ ਹਾਂ। ਆਲਰਾਈਟ, ਐਂਡ ਇਸ ਲਈ ਤੁਸੀਂ ਇਹ ਵਾਲੇ ਸੈਸ਼ਨਸ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਦੇਖਣਾ ਹੈ, ਓਕੇ। ਅਗਰ ਤੁਹਾਨੂੰ ਪੋਲਿਟੀ ਦੀ MCQ ਸੀਰੀਜ਼ ਚਾਹੀਦੀ ਹੋਵੇ ਤਾਂ ਅਸੀਂ ਲੂਸੈਂਟ ਦੀ ਬੁੱਕ ਦੀ MCQs ਨੂੰ ਸਟਾਰਟ ਕੀਤਾ ਹੋਇਆ ਆ। ਇਹਦੇ ਵੀ ਤੁਹਾਨੂੰ ਕਾਫੀ ਸਾਰੇ ਲੈਕਚਰਸ ਮਿਲ ਚੁੱਕੇ ਹੈ। ਅਗਰ ਚਾਹੀਦਾ ਹੋਏ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਲੂਸੈਂਟ ਪੋਲਿਸੀ MCQs ਨੂੰ ਸਰਚ ਕਰੋਗੇ ਤਾਂ ਉੱਥੇ ਟੈਸਟ ਸੀਰੀਜ਼ ਮਿਲ ਜਾਏਗੀ ਤੁਹਾਨੂੰ, ਠੀਕ ਹੈ। ਉਹ ਵੀ ਤੁਸੀਂ ਦੇਖ ਸਕਦੇ ਹੋ। ਉਹਦੇ ਨਾਲ ਤੁਹਾਡੀ ਇਹਨਾਂ ਸੈਸ਼ਨਸ ਦੀ ਰਿਵੀਜ਼ਨ ਹੁੰਦੀ ਜਾਏਗੀ, ਓਕੇ। ਸਟਾਰਟ ਕਰੀਏ ਫਿਰ ਅੱਜ ਦੇ ਸੈਸ਼ਨ ਨੂੰ। ਅਗਰ ਤੁਹਾਨੂੰ ਕਿਸੇ ਵੀ ਲੈਕਚਰ ਦੀ PDF ਚਾਹੀਦੀ ਹੋਏਗੀ ਤਾਂ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਉੱਥੇ ਤੁਸੀਂ ਦੇਖ ਸਕਦੇ ਹੋ। ਐਂਡ ਇੱਕ ਚੀਜ਼ ਹੋਰ, ਹੁਣ ਤੱਕ ਅਸੀਂ 2 ਲੈਕਚਰ ਇਹਦੇ ਕਰ ਚੁੱਕੇ ਹਾਂ। ਜਿਹੜੇ ਸਟੂਡੈਂਟਸ ਨੇ ਉਹ ਦੋਨੋਂ ਲੈਕਚਰਸ ਨਹੀਂ ਦੇਖੇ, ਪਹਿਲਾਂ ਉਹ ਵਾਲੇ ਲੈਕਚਰਸ ਦੇਖਣਾ, ਠੀਕ ਹੈ। ਆਫਟਰ ਦੈਟ ਹੀ ਅੱਜ ਦਾ ਲੈਕਚਰ ਦੇਖਣਾ। ਬਿਕਾਜ਼ ਇੱਕ ਸਟੋਰੀ ਲਾਈਨ ਦੇ ਵਿੱਚ ਕਰੋਗੇ ਤਾਂ ਤੁਹਾਨੂੰ ਪੋਲਿਟੀ, ਹਿਸਟਰੀ ਕੁਝ ਵੀ ਟਫ ਨਹੀਂ ਲੱਗਣ ਵਾਲਾ, ਚਾਹੇ ਤੁਹਾਡੀ ਬੈਕਗ੍ਰਾਉਂਡ ਕਿਸੇ ਵੀ ਸਬਜੈਕਟ ਦੀ ਹੋਏ, ਓਕੇ, ਠੀਕ ਹੈ। ਤਾਂ ਦੇਖੋ, ਲਾਸਟ ਟਾਈਮ ਅਸੀਂ ਕੀਤਾ ਸੀ ਇੱਕ ਐਕਟ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਸੀ, 1919 ਦਾ ਐਕਟ। ਔਰ ਅਸੀਂ ਉਸੇ ਟਾਈਮ ਦੇ ਵਿੱਚ ਦੇਖਿਆ ਸੀ ਕਿ ਜਿਹੜੇ ਬ੍ਰਿਟਿਸ਼ਰਸ ਹੈ, ਇਹਨਾਂ ਨੇ ਬੋਲਿਆ ਕਿ 1919 ਦੇ ਐਕਟ ਨੂੰ ਇਹ ਰਿਵਾਈਜ਼ ਕਰਨਗੇ 10 ਸਾਲ ਤੋਂ ਬਾਅਦ, ਠੀਕ ਹੈ। ਬਟ 1919 ਦੇ ਐਕਟ ਤੋਂ ਬਾਅਦ ਕੀ ਹੋਇਆ, ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਰਜ ਸਕੇਲ ਦੇ ਉੱਪਰ ਪ੍ਰੋਟੈਸਟ ਹੋਣੇ ਸਟਾਰਟ ਹੋ ਗਏ ਸੀਗੇ। ਔਰ ਬ੍ਰਿਟਿਸ਼ਰਸ ਦੇ ਅਗੇਂਸਟ ਲੋਕਾਂ ਨੇ ਬਹੁਤ ਜ਼ਿਆਦਾ ਧਰਨੇ ਪ੍ਰਦਰਸ਼ਨ ਕੀਤੇ। ਇਸੇ ਕਰਕੇ ਜਿਹੜਾ 1919 ਦਾ ਐਕਟ ਹੈ, ਇਹਨਾਂ ਨੂੰ ਸਮਝ ਆ ਚੁੱਕਿਆ ਸੀ ਕਿ ਪੂਰੀ ਤਰ੍ਹਾਂ ਇੱਕ ਸਾਡਾ ਫੇਲਿਅਰ ਹੈ, ਠੀਕ ਹੈ। ਇਸ ਕਰਕੇ ਫਿਰ ਇਹਨਾਂ ਨੇ ਕੀ ਕੀਤਾ, 10 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ 1927 ਦੇ ਵਿੱਚ ਇੱਕ ਨਾ ਕਮਿਸ਼ਨ ਬਣਾਇਆ, ਓਕੇ। ਔਰ ਇਹ ਕਮਿਸ਼ਨ ਦੇਖੇਗਾ 1919 ਦੀ ਪ੍ਰੋਗਰੈਸ ਦੀ ਰਿਪੋਰਟ ਨੂੰ। ਇਸ ਕਮਿਸ਼ਨ ਨੂੰ ਬੋਲਿਆ ਗਿਆ ਸਾਈਮਨ ਕਮਿਸ਼ਨ, ਠੀਕ ਹੈ। ਆਲਰਾਈਟ, ਹੁਣ ਜਦੋਂ ਇਹ ਸੈਟਅਪ ਕੀਤਾ ਗਿਆ ਸਾਈਮਨ ਕਮਿਸ਼ਨ, ਤਾਂ ਇਹਦੇ ਚੇਅਰਮੈਨ ਬਣਾਏ ਗਏ ਸੀਗੇ ਸਰ ਜੋਨ ਸਾਈਮਨ। ਐਂਡ ਇਹਨਾਂ ਨੇ ਇੰਡੀਆ ਦੀ ਕਨਸਟੀਟਿਊਸ਼ਨ ਦੇ ਅੰਡਰ ਜੋ ਕੰਡੀਸ਼ਨਸ ਹੈ ਉਹਨਾਂ ਨੂੰ ਦੇਖਣਾ ਸੀ, ਇੰਡੀਆ ਦੇ ਲਾਅ ਮੇਕਿੰਗ ਨੂੰ ਵੀ ਦੇਖਣਾ ਸੀ, ਠੀਕ ਹੈ। ਹੁਣ ਤੁਸੀਂ ਦੇਖੋ ਕਿ ਆਲ ਓਵਰ ਇੰਡੀਆ ਇਸ ਕਮਿਸ਼ਨ ਦਾ ਨਾ ਬਾਈਕਾਟ ਹੋਇਆ। ਹੁਣ ਇਹ ਕਿਉਂ ਹੋਇਆ, ਸੋਚੋ ਜ਼ਰਾ ਕਿ ਇੱਕ ਬਾਡੀ ਆਈ ਹੈ ਇੰਡੀਆ ਦੇ ਵਿੱਚ ਜਿਸ ਨੇ ਇੰਡੀਆ ਦੇ ਕਨਸਟੀਟਿਊਸ਼ਨ, ਇੰਡੀਆ ਦੇ ਲੀਗਲ ਮੈਟਰਸ ਨੂੰ ਦੇਖਣਾ ਆ, ਉਹਨਾਂ ਦੇ ਬਾਰੇ ਦੇ ਵਿੱਚ ਰੂਲਸ ਦੱਸਣੇ ਨੇ, ਠੀਕ ਹੈ। ਤੇ ਇਸ ਬਾਡੀ ਦੇ ਅੰਦਰ ਟੋਟਲ ਮੈਂਬਰ ਸੀਗੇ 7, ਬਟ ਉਹਨਾਂ ਦੇ ਵਿੱਚੋਂ ਇੱਕ ਵੀ ਐਦਾਂ ਦਾ ਪਰਸਨ ਨਹੀਂ ਸੀ ਜੋ ਇੰਡੀਅਨ ਹੋਵੇ। ਕਹਿਣ ਦਾ ਮਤਲਬ 7 ਦੇ 7 ਮੈਂਬਰ ਇਹਨਾਂ ਨੇ ਬ੍ਰਿਟਿਸ਼ਰਸ ਲੈ ਲਏ, ਠੀਕ ਹੈ। ਇਸ ਕਰਕੇ ਫਿਰ ਆਲ ਓਵਰ ਇੰਡੀਆ ਇਸ ਕਮਿਸ਼ਨ ਦੇ ਅਗੇਂਸਟ ਕਾਫੀ ਪ੍ਰੋਟੈਸਟ ਹੋਏ। ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਇਸ ਦਾ ਬਾਈਕਾਟ ਕੀਤਾ ਗਿਆ। ਫਿਰ ਵੀ ਇਹਨੇ ਆਪਣਾ ਕੰਮ ਜਾਰੀ ਰੱਖਿਆ, ਠੀਕ ਹੈ। ਔਰ ਇੰਨੇ ਜ਼ਿੱਦੀ ਹੁੰਦੇ ਸੀ ਅੰਗਰੇਜ਼ ਕਿ ਇਹਨਾਂ ਨੂੰ ਲੱਗਦਾ ਸੀ ਕਿ ਜੋ ਕੰਮ ਅਸੀਂ ਸ਼ੁਰੂ ਕੀਤਾ ਨਾ, ਅਸੀਂ ਤਾਂ ਉਹਨੂੰ ਕੰਟੀਨਿਊ ਕਰਾਂਗੇ, ਚਾਹੇ ਕਿਸੇ ਨੂੰ ਪਸੰਦ ਆਏ ਤੇ ਚਾਹੇ ਨਾ ਆਏ, ਠੀਕ ਹੈ। ਤਾਂ ਇਹਨਾਂ ਨੇ ਫਿਰ ਆਪਣਾ ਕੰਮ ਜਾਰੀ ਰੱਖਿਆ ਔਰ 1930 ਦੇ ਵਿੱਚ ਆ ਕੇ ਇਹਨਾਂ ਨੇ ਫਾਈਨਲੀ ਆਪਣੀ ਰਿਪੋਰਟ ਨੂੰ ਸਬਮਿਟ ਕਰ ਦਿੱਤਾ, ਓਕੇ। ਐਂਡ ਇਸ ਕਮਿਸ਼ਨ ਦੇ ਬਾਰੇ ਵਿੱਚ ਤੁਸੀਂ ਹਿਸਟਰੀ, ਯਾਨੀ ਕਿ ਮਾਡਰਨ ਹਿਸਟਰੀ ਸਪੈਸੀਫਿਕਲੀ ਇਹਦੇ ਵਿੱਚ ਜ਼ਰੂਰ ਪੜ੍ਹਿਆ ਹੋਊਗਾ। ਅਗਰ ਤੁਸੀਂ ਮਾਡਰਨ ਹਿਸਟਰੀ ਨਹੀਂ ਵੀ ਪੜ੍ਹੀ, ਡੋਂਟ ਵਰੀ ਅਬਾਊਟ ਦੈਟ। ਇਹਦੇ ਬਾਰੇ ਵੀ ਅਸੀਂ ਜ਼ੀਰੋ ਟੂ ਹੀਰੋ ਦੀ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਆ, ਜਿਸ ਦੇ ਵਿੱਚ ਅਸੀਂ ਮਾਡਰਨ ਹਿਸਟਰੀ ਦੇ 11 ਲੈਕਚਰਸ ਕਰ ਚੁੱਕੇ ਆ। ਇਹਨਾਂ ਦਾ ਲਿੰਕ ਵੀ ਤੁਹਾਨੂੰ ਪਲੇ ਲਿਸਟ ਵਿੱਚ ਵੀ ਮਿਲ ਜਾਏਗਾ।
ਲੇਟਰ ਔਨ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪ੍ਰੋਵਾਈਡ ਕਰ ਦੂੰਗੀ, ਠੀਕ ਹੈ। ਤੁਸੀਂ ਉੱਥੇ ਜਾ ਕੇ ਇਹਨਾਂ ਸੀਰੀਜ਼ ਨੂੰ ਵੀ ਦੇਖ ਸਕਦੇ ਹੋ, ਆਲਰਾਈਟ, ਠੀਕ ਹੈ। ਤੇ ਜੇ ਤੁਸੀਂ ਫਰੀडम ਸਟਰਗਲ ਦੇ ਬਾਰੇ ਦੇ ਵਿੱਚ ਮੇਰੇ ਥਰੂ ਹੀ ਪੜ੍ਹਨਾ ਹੋਏ ਤਾਂ ਅਸੀਂ ਜਲਦੀ ਹੀ ਉਹ ਵਾਲੇ ਸੈਸ਼ਨਸ ਨੂੰ ਵੀ ਸਟਾਰਟ ਕਰਾਂਗੇ ਮਾਡਰਨ ਹਿਸਟਰੀ ਦੇ ਵਿੱਚ ਹੀ, ਠੀਕ ਹੈ। ਤਾਂ ਅਸੀਂ ਉੱਥੇ ਫਿਰ ਸਾਈਮਨ ਕਮਿਸ਼ਨ ਦੇ ਬਾਰੇ ਵਿੱਚ ਕਾਫੀ ਡਿਟੇਲ ਵਿੱਚ ਕਵਰ ਕਰ ਲਾਂਗੇ, ਓਕੇ, ਆਲਰਾਈਟ। ਤਾਂ ਹੁਣ ਕੀ ਹੋਇਆ ਜੀ, ਐਸ ਸਾਈਮਨ ਕਮਿਸ਼ਨ ਨੇ ਜਦੋਂ ਆਪਣੀ ਰਿਪੋਰਟ ਸਬਮਿਟ ਕੀਤੀ ਤਾਂ ਉਸ ਦੇ ਵਿੱਚ ਇਹਨਾਂ ਨੇ ਇੱਕ ਵਾਈਟ ਪੇਪਰ ਹੈ ਜਿਸ ਨੂੰ ਸਬਮਿਟ ਕੀਤਾ ਔਰ ਇਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਇੰਡੀਆ ਦੇ ਸੰਵਿਧਾਨ ਬਣਾਉਣ ਦੇ ਬਾਰੇ ਦੇ ਵਿੱਚ ਕਾਫੀ ਕੁਝ ਹੈ ਜੋ ਮੈਂਸ਼ਨ ਕੀਤਾ ਗਿਆ, ਰਾਈਟ। ਔਰ ਐਸੇ ਦੇ ਬੇਸ ਦੇ ਉੱਪਰ ਹੀ ਲੇਟਰ ਔਨ 1935 ਦਾ ਜੋ ਗਵਰਨਮੈਂਟ ਆਫ ਇੰਡੀਆ ਐਕਟ ਹੈ ਇਹ ਆਊਗਾ, ਠੀਕ ਹੈ। ਤੇ ਜਿਹੜਾ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ ਹੈ ਨਾ, ਇਹ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ ਕਿ ਕਿੰਨੇ ਸਾਰੇ ਕੁਐਸਚਨਸ ਤਾਂ ਇਹਦੇ ਵਿੱਚ ਪੁੱਛ ਲਏ ਜਾਂਦੇ ਆ, ਠੀਕ ਹੈ। ਦੇਖੋ ਸਾਡਾ ਜੋ ਐਟ ਪ੍ਰੈਜ਼ੈਂਟ ਕਨਸਟੀਟਿਊਸ਼ਨ ਹੈ ਨਾ, ਸਾਡਾ ਜੋ ਸੰਵਿਧਾਨ ਹੈ ਉਹਦਾ 50% ਤੋਂ ਵੀ ਜ਼ਿਆਦਾ ਜੋ ਰეკਮੈਂਡੇਸ਼ਨਸ ਹੈ ਇਹ ਐਸ ਐਕਟ 1935 ਦੇ ਵਿੱਚੋਂ ਹੀ ਲਈਆਂ ਗਈਆਂ ਆ, ਓਕੇ। ਇਸ ਲਈ ਇਹਨੂੰ ਸਾਡੇ ਸੰਵਿਧਾਨ ਦਾ ਬਲੂਪ੍ਰਿੰਟ ਵੀ ਬੋਲਿਆ ਜਾਂਦਾ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਐਂਡ ਐਸੇ ਐਕਟ ਦੇ ਵਿੱਚ ਕੀ ਹੋਇਆ, ਪਹਿਲੀ ਵਾਰ ਪਾਵਰਸ ਨੂੰ ਡਿਵਾਈਡ ਕੀਤਾ ਗਿਆ ਸੈਂਟਰ ਐਂਡ ਸਟੇਟ ਲੈਵਲ ਤੇ। ਤੁਹਾਨੂੰ ਪਤਾ ਹੀ ਹੈ ਕਿ ਐਟ ਪ੍ਰੈਜ਼ੈਂਟ ਸਾਡੇ ਦੇਸ਼ ਦੇ ਵਿੱਚ ਕੁਝ ਐਦਾਂ ਦੇ ਮੁੱਦੇ ਹੁੰਦੇ ਆ ਜਿਨ੍ਹਾਂ ਨੂੰ ਸੈਂਟਰ ਗਵਰਨਮੈਂਟ ਜੋ ਹੈ ਨਾ ਇਹ ਡੀਲ ਕਰਦੀ ਹੈ ਤੇ ਕੁਝ ਪਾਵਰਸ ਹੈ ਜੋ ਕਿ ਸਟੇਟ ਗਵਰਨਮੈਂਟ ਕੋਲ ਹੁੰਦੀਆਂ ਨੇ। ਕੁਝ ਐਦਾਂ ਦੇ ਵੀ ਕੰਮ ਹੁੰਦੇ ਆ ਜਿਹੜੇ ਸੈਂਟਰ ਔਰ ਸਟੇਟ ਦੀਆਂ ਸਰਕਾਰਾਂ ਮਿਲ ਕੇ ਕਰਦੀਆਂ, ਉਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਆ ਕੌਨਕਰੈਂਟ ਲਿਸਟ ਦੇ ਵਿੱਚ, ਠੀਕ ਹੈ। ਔਰ ਸੈਂਟਰ ਦੇ ਕੰਮ ਸੈਂਟਰ ਲਿਸਟ ਵਿੱਚ ਹੁੰਦੇ ਆ, ਸਟੇਟ ਦੇ ਕੰਮ ਸਟੇਟ ਲਿਸਟ ਵਿੱਚ ਹੁੰਦੇ ਆ। ਐਦਾਂ ਹੀ ਉਸ ਟਾਈਮ ਵੀ ਕੀ ਹੋਇਆ, ਫੈਡਰਲ ਲਿਸਟ ਆਈ ਜਿਸ ਦੇ ਵਿੱਚ ਕਿ ਸੈਂਟਰ ਦੇ ਸਾਰੇ ਕੰਮਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਗਈ ਸੀ। ਜਿਹੜੀ ਪ੍ਰੋਵਿੰਸ਼ੀਅਲ ਲਿਸਟ ਹੈ, ਕਿਉਂਕਿ ਦੇਖੋ ਉਸ ਟਾਈਮ ਸਟੇਟਸ ਤਾਂ ਹੁੰਦੀਆਂ ਨਹੀਂ ਸੀ, ਉਸ ਟਾਈਮ ਤੇ ਹੁੰਦੇ ਸੀਗੇ ਪ੍ਰੋਵਿੰਸਸ, ਠੀਕ ਹੈ। ਤਾਂ ਇਸ ਲਈ ਪ੍ਰੋਵਿੰਸਸ ਦੇ ਕੰਮ ਕਰਨ ਦੇ ਲਈ ਪ੍ਰੋਵਿੰਸ਼ੀਅਲ ਲਿਸਟ ਲਿਆਂਦੀ ਗਈ ਤੇ ਦੋਨਾਂ ਦੇ ਸਾਂਝੇ ਕੰਮਾਂ ਨੂੰ ਕੌਨਕਰੈਂਟ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ। ਸਮਝ ਗਏ? ਬਿਲਕੁਲ ਅੱਜ ਦੀ ਤਰ੍ਹਾਂ ਹੀ ਉਸ ਟਾਈਮ ਦੇ ਵਿੱਚ ਵੀ ਪ੍ਰੋਵੀਜ਼ਨ ਕੀਤੀ ਗਈ ਸੀ। ਤਾਂ ਤੁਸੀਂ ਸਮਝ ਸਕਦੇ ਹੋ ਫਿਰ 1935 ਦਾ ਜਿਹੜਾ ਐਕਟ ਹੈ ਇਹ ਸਾਡੇ ਕਨਸਟੀਟਿਊਸ਼ਨ ਨੂੰ ਬਹੁਤ ਹੀ ਜ਼ਿਆਦਾ ਰਿਫਲੈਕਟ ਕਰਦਾ ਆ, ਠੀਕ ਹੈ, ਆਲਰਾਈਟ। ਇਸ ਦੇ ਨਾਲ ਕੀ ਕੀਤਾ ਗਿਆ, ਸੈਂਟਰ ਲੈਵਲ ਦੇ ਉੱਪਰ ਜਿਹੜੀ ਡਾਇਆਰਕੀ ਹੈ, ਠੀਕ ਹੈ, ਇਹਨੂੰ ਅਬੋਲਿਸ਼ ਕੀਤਾ ਗਿਆ, ਨੋਟ ਅਡਾਪਟਡ, ਠੀਕ ਹੈ, ਇਹਨੂੰ ਖਤਮ ਕਰ ਦਿੱਤਾ ਗਿਆ। ਐਂਡ ਪ੍ਰੋਵਿੰਸ਼ੀਅਲ ਲੈਵਲ ਦੇ ਉੱਪਰ ਆਟੋਨੋਮੀ ਨੂੰ ਇੰਟਰੋਡਿਊਸ ਕਰ ਦਿੱਤਾ ਗਿਆ, ਯਾਨੀ ਕਿ ਹੁਣ ਪ੍ਰੋਵਿੰਸਸ ਦੇ ਕੋਲ ਵੀ ਪਾਵਰ ਸੀਗੀ ਕਿ ਆਪਣੇ ਰੂਲਸ ਬਣਾ ਸਕਦੇ ਆ ਐਂਡ ਥੋੜੇ ਬਹੁਤ ਕੰਮ ਆਪਣੇ ਬੇਸ ਦੇ ਉੱਪਰ ਕਰ ਸਕਦੇ ਨੇ, ਠੀਕ ਹੈ। ਔਰ ਅਸੀਂ ਤਾਂ ਕਾਫੀ ਲੰਬੇ ਟਾਈਮ ਤੋਂ ਇਹ ਚੀਜ਼ਾਂ ਮੰਗ ਰਹੇ ਸੀਗੇ, ਰਾਈਟ। ਅਗਰ ਤੁਸੀਂ ਉਸ ਟਾਈਮ ਦੇਖੋਗੇ ਨਾ ਤਾਂ ਟੋਟਲ 11 ਪ੍ਰੋਵਿੰਸਿਸ ਹੈ ਜਿਨ੍ਹਾਂ ਦੇ ਵਿੱਚੋਂ ਬੰਗਾਲ, ਮੈਡਰਾਸ, ਅਸਾਮ, ਬਿਹਾਰ, ਬੰਬੇ ਐਂਡ ਯੂਨਾਈਟਿਡ ਪ੍ਰੋਵਿੰਸਿਸ, ਇਹਨਾਂ ਦੇ ਵਿੱਚ ਬਿਲਕੁਲ ਅੱਜ ਦੀ ਤਰ੍ਹਾਂ ਹੀ ਅਪਰ ਹਾਊਸ ਐਂਡ ਲੋਅਰ ਹਾਊਸ ਲਿਆਂਦੇ ਗਏ, ਜਿੱਦਾਂ ਕਿ ਸਾਡੇ ਇੱਥੇ ਰਾਜ ਸਭਾ ਹੁੰਦਾ ਆ ਐਂਡ ਲੋਕ ਸਭਾ ਹੁੰਦਾ, ਰਾਈਟ। ਬਿਲਕੁਲ ਐਸੇ ਤਰ੍ਹਾਂ ਹੀ ਉਸ ਟਾਈਮ ਦੇ ਵਿੱਚ ਵੀ ਇਹਨਾਂ ਸਾਰੇ ਪ੍ਰੋਵਿੰਸਿਸ ਦੇ ਵਿੱਚ ਅਪਰ ਐਂਡ ਲੋਅਰ ਹਾਊਸ ਦੀ ਪ੍ਰੋਵੀਜ਼ਨ ਦਿੱਤੀ ਗਈ, ਯਾਨੀ ਕਿ ਇੱਥੇ ਬਾਇਕੈਮਰਲਿਜ਼ਮ ਨੂੰ ਸਟਾਰਟ ਕੀਤਾ ਗਿਆ, ਠੀਕ ਹੈ, ਓਕੇ। ਇਸ ਤੋਂ ਬਾਅਦ ਕਾਉਂਸਿਲ ਆਫ ਇੰਡੀਆ ਨੂੰ ਅਬੋਲਿਸ਼ ਕਰ ਦਿੱਤਾ ਗਿਆ, ਓਕੇ। ਐਂਡ ਹੁਣ ਜਿਹੜੇ ਲੋਕ ਹੈ ਜ਼ਿਆਦਾ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋ ਗਿਆ, ਇਹ ਐਕਸਟੈਂਡ ਕੀਤਾ ਗਿਆ ਔਰ 10% ਤੱਕ ਦੀ ਪੋਪੂਲੇਸ਼ਨ ਨੂੰ ਵੋਟਿੰਗ ਦੇ ਰਾਈਟਸ ਮਿਲ ਗਏ, ਓਕੇ। ਹੁਣ ਇਹ ਜੋ ਐਕਟ ਹੈ ਨਾ ਇੱਕ ਆਰਗੇਨਾਈਜੇਸ਼ਨ ਤੇ ਕਰਕੇ ਤਾਂ ਸਾਨੂੰ ਹੋਰ ਵੀ ਜ਼ਿਆਦਾ ਇੰਪੋਰਟੈਂਟਲੀ ਯਾਦ ਰੱਖਣਾ ਪੈਣਾ ਆ। ਇਹ ਕਿਹੜਾ ਜੀ, ਸਾਡਾ ਸੈਂਟਰਲ ਬੈਂਕ, ਦੈਟ ਇਜ਼ ਰਿਜ਼ਰਵ ਬੈਂਕ ਆਫ ਇੰਡੀਆ, ਓਕੇ। ਰਿਜ਼ਰਵ ਬੈਂਕ ਆਫ ਇੰਡੀਆ ਨੂੰ ਵੀ ਐਸੇ ਟਾਈਮ ਦੇ ਵਿੱਚ 1935 ਦੇ ਐਕਟ ਦੇ ਵਿੱਚ ਹੀ ਐਸਟੈਬਲਿਸ਼ ਕੀਤਾ ਗਿਆ ਸੀ। ਨਾਲ ਹੀ ਕਿਹਾ ਗਿਆ ਕਿ ਸਾਡੇ ਦੇਸ਼ ਦੇ ਲਈ ਇੱਕ ਫੈਡਰਲ ਕੋਰਟ ਯਾਨੀ ਕਿ ਸੁਪਰੀਮ ਕੋਰਟ ਹੋਣੀ ਚਾਹੀਦੀ ਹੈ, ਠੀਕ ਹੈ। ਔਰ ਇਹਨੂੰ ਅੱਗੇ ਜਾ ਕੇ 1937 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ, ਓਕੇ। ਯਾਨੀ ਕਿ ਰეკਮੈਂਡੇਸ਼ਨ ਤਾਂ 1935 ਦੇ ਵਿੱਚ ਹੀ ਹੋ ਗਈ ਸੀਗੀ ਤੇ ਐਸਟੈਬਲਿਸ਼ਮੈਂਟ ਇਹਦੀ 1937 ਦੇ ਵਿੱਚ ਜਾ ਕੇ ਹੋਈ, ਓਕੇ, ਠੀਕ ਹੈ। ਹੁਣ ਕੀ ਹੋਇਆ ਜੀ, ਜਿਸ ਟਾਈਮ ਇੰਡੀਆ ਆਜ਼ਾਦ ਹੋਇਆ 1947 ਦੇ ਵਿੱਚ, ਉਸ ਟਾਈਮ ਤੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਕਲੇਮੈਂਟ ਐਟਲੀ, ਓਕੇ। ਇਹਨੇ ਕੀ ਕੀਤਾ, 20th of February 1947 ਨੂੰ ਅਨਾਉਂਸ ਕਰਤਾ ਕਿ 30th ਜੂਨ 1948 ਨੂੰ ਇੰਡੀਆ ਨੂੰ ਆਜ਼ਾਦੀ ਮਿਲੇਗੀ, ਠੀਕ ਹੈ। ਤੇ ਜਿਹੜੀ ਸਾਰੀ ਪਾਵਰ ਹੈ ਇਹ ਇੰਡੀਅਨ ਗਵਰਨਮੈਂਟ ਦੇ ਹੱਥਾਂ ਦੇ ਵਿੱਚ ਚਲੀ ਜਾਏਗੀ। ਬਟ ਮੁਸਲਿਮ ਲੀਗ ਤੁਹਾਨੂੰ ਪਤਾ ਹੈ ਕਿੰਨੇ ਹੀ ਟਾਈਮ ਤੋਂ ਮੰਗ ਰਹੀ ਸੀ ਕਿ ਸਾਨੂੰ ਸਾਡਾ ਇੱਕ ਅਲੱਗ ਤੋਂ ਕੰਟਰੀ, ਅਲੱਗ ਤੋਂ ਦੇਸ਼ ਚਾਹੀਦਾ ਹੈ ਨਾ।
ਤਾਂ ਸੈਪਰੇਟ ਕੰਟਰੀ ਦੀ ਮੰਗ ਇਹਨਾਂ ਨੇ ਆਪਣੀ ਫੇਰ ਵੀ ਜਾਰੀ ਰੱਖੀ। ਐਸੇ ਕਰਕੇ ਫਿਰ ਕੀ ਹੋਇਆ ਜੀ, 3 ਜੂਨ 1947, ਇਹ ਡੇਟ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ। ਐਸੇ ਦਿਨ ਫਿਰ ਤੋਂ ਅਨਾਉਂਸ ਕੀਤਾ ਗਿਆ ਕਿ ਜੋ ਇੰਡੀਆ ਹੈ ਹੁਣ ਇਹਦੇ 2 ਹਿੱਸੇ ਹੋ ਜਾਣਗੇ, ਇੱਕ ਹੋਏਗਾ ਪਾਕਿਸਤਾਨ, ਦੂਸਰਾ ਹੋਏਗਾ ਇੰਡੀਆ, ਠੀਕ ਹੈ। ਔਰ 3 ਜੂਨ ਦੇ ਪਲਾਨ ਨੂੰ ਹੀ ਬੋਲਿਆ ਜਾਂਦਾ ਆ ਮਾਊਂਟਬੈਟਨ ਪਲਾਨ, ਸਮਝ ਗਏ? ਆਲਰਾਈਟ, ਇਹਦੇ ਨਾਲ ਹੀ ਫਿਰ ਜਿਹੜਾ ਬ੍ਰਿਟਿਸ਼ ਰੂਲ ਹੈ ਇਹ ਇੰਡੀਆ ਦੇ ਵਿੱਚ ਐਂਡ ਹੋ ਗਿਆ ਔਰ ਸਾਡੇ ਦੇਸ਼ ਦਾ ਬਟਵਾਰਾ ਕਰ ਦਿੱਤਾ ਗਿਆ ਪਾਕਿਸਤਾਨ ਐਂਡ ਇੰਡੀਆ ਦੇ ਨਾਮ ਦੇ ਉੱਪਰ। ਓਕੇ, ਦੂਸਰੀ ਚੀਜ਼, ਇੱਥੇ ਵਾਇਸਰੋਏ ਦਾ ਜਿਹੜਾ ਆਫਿਸ ਸੀ ਉਹਨੂੰ ਖਤਮ ਕਰ ਦਿੱਤਾ ਗਿਆ। ਸਾਨੂੰ ਪਤਾ ਹੀ ਹੈ ਕਿ ਜਿਹੜਾ ਵਾਇਸਰੋਏ ਹੈ ਇਹ ਬ੍ਰਿਟੇਨ ਦਾ ਰਿਪਰੈਜ਼ੈਂਟੇਟਿਵ ਹੁੰਦਾ ਸੀ ਜੋ ਕਿ ਇੰਡੀਆ ਦੇ ਵਿੱਚ ਬੈਠਿਆ ਹੁੰਦਾ ਸੀ। ਹੁਣ ਜਦੋਂ ਇੱਥੇ ਬ੍ਰਿਟਿਸ਼ ਰੂਲ ਹੀ ਖਤਮ ਹੋ ਰਿਹਾ ਹੈ ਤਾਂ ਵਾਇਸਰੋਏ ਦੇ ਆਫਿਸ ਦਾ ਤਾਂ ਕੋਈ ਕੰਮ ਹੀ ਨਹੀਂ ਹੈ, ਇਸ ਲਈ ਇਹਨੂੰ ਖਤਮ ਕੀਤਾ ਗਿਆ ਔਰ ਗਵਰਨਰ ਜਨਰਲ ਆਫ ਡੋਮੀਨੀਅਨ ਇੰਡੀਆ ਨੂੰ ਬਣਾਇਆ ਗਿਆ, ਠੀਕ ਹੈ। ਔਰ ਡੋਮੀਨੀਅਨ ਇੰਡੀਆ ਦੇ ਪਹਿਲੇ ਗਵਰਨਰ ਜਨਰਲ ਬਣੇ ਲਾਰਡ ਮਾਊਂਟਬੈਟਨ। ਓਕੇ, ਡੋਮੀਨੀਅਨ ਸਟੇਟਸ ਕੀ ਹੁੰਦਾ ਹੈ ਅਸੀਂ ਹੁਣੇ ਥੋੜੀ ਦੇਰ ਦੇ ਵਿੱਚ ਡਿਸਕਸ ਕਰਦੇ ਹਾਂ, ਠੀਕ ਹੈ। ਆਲਰਾਈਟ, ਹੁਣ ਇੱਥੇ ਕਿਹਾ ਗਿਆ ਕਿ 1935 ਦੇ ਐਕਟ ਨੂੰ ਐਜ਼ ਕਨਸਟੀਟਿਊਸ਼ਨ ਪਾਕਿਸਤਾਨ ਐਂਡ ਇੰਡੀਆ ਦੋਨੋਂ ਕੰਟਰੀਜ਼ ਅਡਾਪਟ ਕਰ ਸਕਦੀਆਂ ਆ ਜਦੋਂ ਤੱਕ ਇਹਨਾਂ ਦਾ ਆਪਦਾ ਸੰਵਿਧਾਨ ਨਾ ਬਣੇ, ਠੀਕ ਹੈ। ਬਟ ਹਾਂ, ਇੱਕ ਗੱਲ ਹੈ ਕਿ ਅਗਰ ਇਹ ਚਾਹਣ ਕਿ ਜੀ ਅਸੀਂ ਤਾਂ 35 ਦੇ ਐਕਟ ਦੇ ਵਿੱਚ ਕੁਝ ਚੇਂजेस ਕਰਨੇ ਆ ਤਾਂ ਇਹ ਚੇਂजेस ਵੀ ਕਰ ਸਕਦੇ ਨੇ, ਠੀਕ ਹੈ। ਤੇ ਇੰਡੀਆ ਦੇ ਲਈ ਫਿਰ ਇੱਕ ਕਨਸਟੀਟਿਊਐਂਟ ਅਸੈਂਬਲੀ 1946 ਦੇ ਵਿੱਚ ਫਾਰਮ ਕੀਤੀ ਗਈ ਜਿਨੇ ਕਿ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਔਰ 1946 ਦੇ ਵਿੱਚ ਹੀ ਇੰਡੀਆ ਦੀ ਇੰਟਰਿਮ ਗਵਰਨਮੈਂਟ ਬਣਾ ਦਿੱਤੀ ਗਈ, ਠੀਕ ਹੈ। ਇਹਦੇ ਵਿੱਚੋਂ ਵੀ ਕਾਫੀ ਸਾਰੇ ਕੁਐਸਚਨਸ ਪੁੱਟ ਕੀਤੇ ਜਾਂਦੇ ਆ। ਇਹ ਜ਼ਰੂਰ ਯਾਦ ਰੱਖਣਾ ਕਿ ਤੁਹਾਡੇ ਕੋਲੋਂ ਫਸਟ ਕੈਬਨਿਟ ਬਾਰੇ ਪੁੱਛਿਆ ਜਾ ਰਿਹਾ ਹੈ ਜਾਂ ਫਿਰ ਕੱਚੀ ਗਵਰਨਮੈਂਟ ਯਾਨੀ ਕਿ ਇੰਟਰਿਮ ਗਵਰਨਮੈਂਟ ਬਾਰੇ ਪੁੱਛਿਆ ਜਾ ਰਿਹਾ ਹੈ, ਠੀਕ ਹੈ। ਤਾਂ ਇਹਦੀਆਂ ਇੰਪੋਰਟੈਂਟ ਮਿਨਿਸਟਰੀਜ਼ ਦੇਖ ਲੈਂਦੇ ਆ। ਐਕਸਟਰਨਲ ਅਫੇਅਰ ਮਿਨਿਸਟਰ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਬਣੇ। ਫੂਡ ਐਂਡ ਐਗਰੀਕਲਚਰ ਸਾਡੇ ਦੇਸ਼ ਦੇ ਪਹਿਲੇ ਪ੍ਰੈਜ਼ੀਡੈਂਟ ਡਾਕਟਰ ਰਾਜੇਂਦਰ ਪ੍ਰਸਾਦ ਬਣੇ। ਹੋਮ ਅਫੇਅਰ ਮਿਨਿਸਟਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਗਈ। ਫਾਈਨੈਂਸ ਮਿਨਿਸਟਰ ਲਿਆਕਤ ਅਲੀ ਖਾਨ ਸੀਗੇ ਐਂਡ ਐਜੂਕੇਸ਼ਨ ਮਿਨਿਸਟਰ ਸੀ ਰਾਜਗੋਪਾਲਾਚਾਰਿਆ ਐਂਡ ਜਗਜੀਵਨ ਰਾਮ ਸਾਡੇ ਲੇਬਰ ਮਿਨਿਸਟਰ ਬਣੇ ਇਨ ਆਵਰ ਇੰਟਰਿਮ ਗਵਰਨਮੈਂਟ, ਠੀਕ ਹੈ। ਆਲਰਾਈਟ, ਹੁਣ ਅਸੀਂ ਇੱਥੇ ਤਾਂ ਗੱਲ ਕੀਤੀ ਇੰਟਰਿਮ ਗਵਰਨਮੈਂਟ ਦੀ। ਬਾਅਦ ਦੇ ਵਿੱਚ ਜਦੋਂ 1947 ਦੇ ਵਿੱਚ ਸਾਡੀ ਆਪਣੀ ਪਹਿਲੀ ਕੈਬਨਿਟ ਬਣਾਈ ਜਾਏਗੀ ਤਾਂ ਉਸ ਦੇ ਪੋਰਟਫੋਲੀਓ ਵੀ ਸਾਡੇ ਪੇਪਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣਗੇ, ਅਸੀਂ ਇਹਨਾਂ ਨੂੰ ਵੀ ਯਾਦ ਕਰਾਂਗੇ। ਓਕੇ, ਪਰ ਇਹ ਬਾਅਦ ਦੇ ਵਿੱਚ ਜਦੋਂ ਅਸੀਂ 1947 ਬਾਰੇ ਪੜ੍ਹਨਾ ਆ। ਓਕੇ, ਤਾਂ ਹੁਣ ਇੱਥੇ ਤੱਕ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਸਾਰੇ ਐਕਟ ਸਟੱਡੀ ਕਰ ਚੁੱਕੇ ਹਾਂ ਐਕਸੈਪਟ 1। ਕਿਹੜਾ ਰਹਿ ਗਿਆ? ਗਵਰਨਮੈਂਟ ਆਫ ਇੰਡੀਆ ਐਕਟ 1947, ਬਿਕਾਜ਼ ਹਾਲੇ ਇਹ ਵਾਲੇ ਐਕਟ ਨੂੰ ਆਉਣ ਦੇ ਵਿੱਚ ਕਾਫੀ ਜ਼ਿਆਦਾ ਟਾਈਮ ਬਾਕੀ ਹੈ। 1935 ਦੇ ਐਕਟ ਤੱਕ ਆਉਂਦੇ ਸਾਨੂੰ ਬ੍ਰਿਟਿਸ਼ ਇੱਕ ਚੀਜ਼ ਤਾਂ ਦੇ ਚੁੱਕੇ ਸੀ, ਕਿਹੜੀ ਜੀ? ਜਿਸ ਬਾਰੇ ਅਸੀਂ ਹੁਣੇ ਪੜਿਆ, ਪ੍ਰੋਵਿੰਸ਼ੀਅਲ ਆਟੋਨਮੀ, ਠੀਕ ਹੈ। ਔਰ ਇਹਦੀ ਅਸੀਂ ਕਾਫੀ ਲੰਬੇ ਟਾਈਮ ਤੋਂ ਡਿਮਾਂਡ ਕਰਦੇ ਆ ਰਹੇ ਸੀ, ਫਾਈਨਲੀ ਸਾਨੂੰ ਮਿਲ ਗਈ। ਓਕੇ, ਬਟ ਜਦੋਂ ਤੱਕ ਸਾਨੂੰ ਇਹ ਮਿਲੀ ਉਦੋਂ ਤੱਕ ਤਾਂ ਅਸੀਂ ਪੂਰਨ ਸਵਰਾਜ ਵੀ ਮੰਗ ਚੁੱਕੇ ਹਾਂ, ਕਿਉਂਕਿ ਦੇਖੋ ਪਹਿਲਾਂ ਪ੍ਰੋਵਿੰਸ਼ੀਅਲ ਆਟੋਨਮੀ ਮੰਗੀ, ਫਿਰ ਅਸੀਂ ਡੋਮੀਨੀਅਨ ਸਟੇਟਸ ਮੰਗਿਆ ਔਰ ਫਿਰ ਅਸੀਂ ਪੂਰਨ ਸਵਰਾਜ ਤੇ ਆ ਗਏ ਸੀਗੇ, ਠੀਕ ਹੈ। ਬਟ ਤੁਹਾਨੂੰ ਪਤਾ ਹੈ ਬ੍ਰਿਟਿਸ਼ ਲੋਕ 200 ਸਾਲ ਤੋਂ ਸਾਡੇ ਉੱਪਰ ਰਾਜ ਕਰ ਰਹੇ ਹੈ, ਇੰਨੀ ਆਸਾਨੀ ਦੇ ਨਾਲ ਤਾਂ ਸਾਨੂੰ ਆਜ਼ਾਦੀ ਨਹੀਂ ਮਿਲਣ ਲੱਗੀ, ਠੀਕ ਹੈ। ਤਾਂ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸਮਹਾਉ ਡੋਮੀਨੀਅਨ ਸਟੇਟਸ ਦੇ ਬਾਰੇ ਵਿੱਚ ਕੱਚਾ ਜਿਹਾ ਮੰਗਣਾ ਸ਼ੁਰੂ ਕਰਤਾ। ਕੱਚਾ ਮਤਲਬ ਇਹ ਤਾਂ ਸਾਨੂੰ ਡੋਮੀਨੀਅਨ ਸਟੇਟਸ ਵੀ ਨਹੀਂ ਦੇਣਾ ਚਾਹੁੰਦੇ ਸੀ। ਡੋਮੀਨੀਅਨ ਸਟੇਟਸ ਹੈ ਕੀ? ਦੇਖੋ, ਇਸ ਦਾ ਮਤਲਬ ਹੈ ਕਿ ਜਿਹੜੀਆਂ ਪੋਲੀਟੀਕਲ ਪਾਵਰਸ ਹੈ ਇਹ ਤਾਂ ਇੰਡੀਅਨ ਲੀਡਰਸ ਨੂੰ, ਇੰਡੀਅਨ ਪੋਲੀਟੀਕਲ ਪਾਰਟੀਆਂ ਨੂੰ ਮਿਲ ਜਾਣਗੀਆਂ, ਠੀਕ ਹੈ। ਤੇ ਅਸੀਂ ਆਪਣੀ ਖੁਦ ਦੀ ਜਿਹੜੀ ਸਰਕਾਰ ਹੈ ਉਹ ਬਣਾ ਪਾਵਾਂਗੇ। ਓਕੇ, ਬਸ ਇੱਕ ਸ਼ਰਤ ਰਹੇਗੀ, ਉਹ ਕੀ? ਇੰਡੀਆ ਦੇ ਉੱਪਰ ਯਾਨੀ ਕਿ ਕੰਟਰੀ ਦੇ ਹੈਡ ਕੌਣ ਰਹਿਣਗੇ ਜੀ? ਇਹ ਰਹੇਗਾ ਬ੍ਰਿਟਿਸ਼ ਕਰਾਊਨ ਯਾਨੀ ਕਿ ਬ੍ਰਿਟਿਸ਼ ਕਿੰਗ ਜਾਂ ਫਿਰ ਬ੍ਰਿਟਿਸ਼ ਕੁਈਨ, ਠੀਕ ਹੈ। ਬਟ ਸਾਨੂੰ ਲੱਗਿਆ ਕਿ ਚਲੋ ਅਸੀਂ ਆਪਣੀ ਗਵਰਨਮੈਂਟ ਤਾਂ ਬਣਾ ਪਾਵਾਂਗੇ ਨਾ, ਅਸੀਂ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਤਾਂ ਬਣਾ ਪਾਵਾਂਗੇ ਨਾ, ਤਾਂ ਫਿਰ ਇਹ ਵੀ ਅਸੀਂ ਲੈ ਸਕਦੇ ਸੀਗੇ, ਰਾਈਟ। ਤਾਂ ਅਸੀਂ ਪਹਿਲਾਂ ਐਸ ਸਟੇਟਸ ਨੂੰ ਬਿਲਕੁਲ ਚਾਹ ਰਹੇ ਸੀਗੇ, ਬਟ ਬ੍ਰਿਟਿਸ਼ ਜੋ ਹੈ ਇਹ ਸਾਨੂੰ ਇੰਨੀ ਆਸਾਨੀ ਦੇ ਨਾਲ ਇਹ ਵਾਲਾ ਸਟੇਟਸ ਵੀ ਨਹੀਂ ਦੇਣ ਵਾਲੇ ਸੀਗੇ। ਫਿਰ ਕੀ ਹੋਇਆ? ਫਿਰ ਸਾਡੇ ਵਾਸਤੇ ਤਾਂ ਤੁਸੀਂ ਸਮਝ ਲਓ ਕਰਿਸ਼ਮਾ ਹੀ ਹੋ ਗਿਆ। ਕਿਸਮਤ ਨੇ ਦਿੱਤਾ ਸਾਡਾ ਸਾਥ ਤੇ ਵਰਲਡ ਵਾਰ ਸਟਾਰਟ ਹੋ ਗਈ, ਠੀਕ ਹੈ। ਔਰ ਸਾਨੂੰ ਸਭ ਨੂੰ ਪਤਾ ਹੈ, ਹਿਸਟਰੀ 'ਚ ਅਸੀਂ ਪੜ੍ਹਦੇ ਹੁੰਦੇ ਆ
कि वर्ल्ड वॉर के टाइम के उपर ब्रिटेन की हालत बहुत ही ज़्यादा पतली हो गई सी, खराब हो गई सी, ठीक है। इनकी जिहड़ी पावर है वो तहस नहस हो जानी सी जेकर इनू साथ ना मिलता, ठीक है। इन्होंने की किया जी, इन्होंने साडे तो बिना पूछे, साडे लीडर्स तो बिना पूछे की बोल दिता कि जो इंडिया है ना ये तो जी वर्ल्ड वॉर दे विच ब्रिटेन का साथ दे रहा है। तो फिर जिहड़े साडे लीडर सीगे उन्होंने क्या आ की गल हुई बई, असी तुहाडे नाल किसी वर्ल्ड वॉर च शामिल नहीं हैगे, साडी परमिशन तो बिना तुसी साडा नाम अनाउंस कीता तां कीता किवें, ठीक है। तो फिर ब्रिटेन नूं लग्या कि ये तो इंडिया दे विच होर भी ज़्यादा प्रॉब्लम होनी स्टार्ट हो गई है, मैं तो अगे जर्मनी बड़ी मुश्किल नाल संभाल रहा, तो जे किते इंडिया दे विच भी एजिटेशन हो गया तो फिर मेरा की बनेगा, ठीक है। तो इन्होंने खुद नूं बचाने दे वास्ते की कीता जी, इन्होंने बोलिया कि ठीक है सानू कोई प्रॉब्लम नहीं है, तुसी सिर्फ एक काम करो, तुसी वर्ल्ड वॉर दे विच साडा साथ दिओ ते असी तुहानू वर्ल्ड वॉर तो फ्री होके डोमीनियन स्टेटस दे देंगे, ठीक है। इहदे लई फिर ऑफर दिता किसने सीगा, ये ऑफर सानू दिता गया लिनलिथगॉ दे वल्लों, ठीक है ना। ओके, ऐसे ऑफर नूं बोलिया जांदा है ऑगस्ट ऑफर 1940, राइट। ओके, पर एदे बारे कुछ भी रिटन दे विच नहीं दिता गया सीगा, जिस करके इंडियन लीडर्स ने इनू एक्सैप्ट नहीं किया। एंड फिर ऑगस्ट ऑफर नू फॉर्मल फॉर्म दे विच लियाउण वास्ते और रिटन फॉर्म दे विच लैके आउण वास्ते क्रिप्स मिशन 1942 नू लियांदा गया। इस दे विच टोटल मैंबर सीगे 3, ओके, सर स्टैफर्ड क्रिप्स, एवी अलेक्जेंडर एंड पैथिक लॉरेंस, ऑलराइट। एंड हुण की होया जी, जदों क्रिप्स मिशन एग्जिस्टेंस दे विच आया 1942 दे विच, इन्हें कहा कि मैं तुहानू डोमीनियन स्टेटस भी प्रोवाइड करांगा और कॉन्स्टिट्यूएंट असैंबली नू फॉर्म करन दे लई भी तुहानू अथॉरिटीज दे दांगा, ठीक है। बट बहुत वड्डा सी, इन्होंने की बोलिया, इन्होंने क्या एक शर्त है छोटी जी, ओके है कि जेड़ियां इंडिया दियां 2 इंपॉर्टेंट पार्टीज है, इंडियन नेशनल कांग्रेस एंड मुस्लिम लीग, ये दोनों पार्टीज यस करन, दोनों ही साडे क्रिप्स मिशन दे ऑफर नू मनन और उनके अकॉर्डिंग कॉन्स्टिट्यूएंट असैंबली नू फॉर्म करन दे लई यस करन, तां फिर असीं तुहाडी दोनों मंगां मान लांगे, ठीक है। कज इन्हां नू पता सी कि जिहड़ी मुस्लिम लीग है ये तां वैसे ही सैपरेट डोमीनियन तो बिना मनन नहीं वाली, ठीक है। इन्हां ने तां INC दा साथ देना नहीं, इस वास्ते सानू कोई खतरा नहीं है, यानी कि डायरैक्ट ना नहीं करते सी, एक कान सीधा नहीं पकड़ रहे, पिछों दी घुमा के पकड़ रहे ने, बट कर वही रहे हैं जो यह चाहते हैं, ठीक है। तो फिर की होया, बिल्कुल वही होया जो इन्हां ने सोचा सी। मुस्लिम लीग ने कहा कि सानू ये ऑफर मंजूर नहीं हैगा, सानू तां जी इक्को ही चीज़ चाहिए है कि साडी अलग तो कॉन्स्टिट्यूएंट असैंबली बने और साडा अलग तो अपना एक कंट्री बने, ठीक है। दूसरे पासे इंडियन नेशनल कांग्रेस वो चाह रही है कि ना जी असी पार्टीशन नहीं चाहते, असी बंटवारा नहीं चाहते, ठीक है, सानू तां जी सांझा देश चाहिए। बस फिर किसी क्रिप्स मिशन ने क्या मेरी बेसिक चीज़ां तुसी नहीं मनिया, ऐस करके क्रिप्स मिशन भी हो गया फेल, ठीक है। और यह फिर कित्थे पहुंच गया जी, वापस चला गया ब्रिटेन, ठीक है। तो एक बार फिर ठंडे बिस्ते चला गया सारा कुछ, पर हुण INC बहुत ज्यादा गुस्से विच है, किस लई, इन्हू पता चल गया है कि जिहड़े अंग्रेज है ना सिर्फ गेम्स खेलते पे है, इन्हां ने सानू देना दवाना कुछ नहीं हैगा, ना दोनों पार्टीज मनणगियां ते ना ही साडी यह कॉन्स्टिट्यूएंट असैंबली बनेगी, है ना। वो बोलते हैं ना नो मन तेल होवे ते ना ही राधा नचे, इन्हां दा ओ वाला काम सी। तो इसलिए फिर उस टाइम ते सामने आए महात्मा गांधी, उन्होंने बहुत ही ज्यादा इंपॉर्टेंट मूवमेंट स्टार्ट की, दैट वाज क्विट इंडिया मूवमेंट, बहुत ही ज्यादा इंपॉर्टेंट मूवमेंट, ठीक है। उन्होंने कहा कि ब्रिटिश सिर्फ साडे नाल वादे करते रहेंगे, इन्हां ने कोई भी अपना वादा पूरा नहीं करना, इसलिए सानू मास लेवल के उपर प्रोटेस्ट करना पैना है। ते ऐसे टाइम दे विच ही इन्हां ने डू और डाई जो है स्लोगन दिता, ठीक है, यानी कि करो या मरो वाली सिचुएशन। इन्होंने बोलिया सानू ये हुण फेस करनी पएगी, ब्रिटिश रूल नू ही सानू हुण खत्म करना पएगा, ठीक है। तो फिर बहुत ही ज्यादा लार्ज स्केल के उपर पूरे इंडिया दे विच मूवमेंट चली है, ठीक है। और असी पहला ही हुणे देखा कि वर्ल्ड वॉर दे करके विचारे जिहड़े ब्रिटिश हैगे ने ये तां पहले ही कंबे पे सीगे, ये पहला ही बहुत वीक हो चुके सी,
ਤੇ ਜਦੋਂ ਫਿਰ ਕੁਇਟ ਇੰਡੀਆ ਮੂਵਮੈਂਟ ਆਈ, ਠੀਕ ਹੈ, ਤਾਂ ਇਹਨੇ ਤਾਂ ਫਿਰ ਇਹਨਾਂ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖਤਾ। ਫਿਰ ਇਹਨਾਂ ਨੂੰ ਸਮਝ ਆਣੀ ਸਟਾਰਟ ਹੋਈ ਕਿ ਐਦਾਂ ਨਹੀਂ ਚੱਲਣ ਵਾਲਾ ਦੋਸਤੋ, ਸਾਨੂੰ ਕੀ ਕਰਨਾ ਪੈਣਾ ਆ, ਇਹਨਾਂ ਲੀਡਰਸ ਨੂੰ ਸ਼ਾਂਤ ਕਰਨਾ ਹੀ ਪਏਗਾ, ਠੀਕ ਹੈ। ਤਾਂ ਫਿਰ ਇਹ ਲੈ ਕੇ ਆਏ ਨੈਕਸਟ ਚੀਜ਼, ਇਹਨਾਂ ਨੇ ਇੰਡੀਆ ਦੇ ਲੀਡਰਸ ਨੂੰ ਸ਼ਾਂਤ ਕਰਨ ਦੇ ਵਾਸਤੇ 1946 ਦੇ ਵਿੱਚ ਇੱਕ ਹੋਰ ਮਿਸ਼ਨ ਬਣਾਇਆ, ਠੀਕ ਹੈ, ਜੋ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਲਈ ਹੀ ਬਣਾਇਆ ਗਿਆ। ਇਸ ਨੂੰ ਬੋਲਿਆ ਗਿਆ ਕੈਬਨਿਟ ਮਿਸ਼ਨ, ਜੋ ਕਿ 1946 ਦੇ ਵਿੱਚ ਆਇਆ, ਠੀਕ ਹੈ। ਇਹ ਮਿਸ਼ਨ ਪਹਿਲਾਂ ਵਾਲੇ ਕ੍ਰਿਪਸ ਮਿਸ਼ਨ ਤੋਂ ਥੋੜਾ ਜਿਹਾ ਬੈਟਰ ਪਰਫਾਰਮ ਕਰ ਗਿਆ। ਕਿੱਦਾਂ ਜੀ? ਸਮਹਾਉ ਇਹਨਾਂ ਨੇ ਮੁਸਲਿਮ ਲੀਗ ਨੂੰ ਮਨਾ ਲਿਆ ਕਿ ਜਿਹੜਾ ਅਲੱਗ ਦੇਸ਼ ਦੀ ਗੱਲ ਹੈ ਨਾ, ਇਹ ਤਾਂ ਅਸੀਂ ਅੱਗੇ ਜਾ ਕੇ ਕਰ ਲਾਂਗੇ, ਪਹਿਲਾਂ ਇਨੀਸ਼ੀਅਲੀ ਪਹਿਲਾ ਸਟੈਪ ਤਾਂ ਚੁੱਕੋ, ਘੱਟੋ ਘੱਟ ਕਨਸਟੀਟਿਊਐਂਟ ਅਸੈਂਬਲੀ ਤਾਂ ਬਣਾ ਲਈਏ, ਫਿਰ ਦੇਖ ਲਾਂਗੇ। ਤਾਂ ਇਹਦੇ ਲਈ ਇਹਨਾਂ ਨੇ ਕਿਹਾ ਕਿ ਅਸੀਂ ਹੁਣ ਕਨਸਟੀਟਿਊਐਂਟ ਅਸੈਂਬਲੀ ਦੇ ਲਈ ਇਲੈਕਸ਼ਨ ਕੰਡਕਟ ਕਰਦੇ ਹਾਂ, ਠੀਕ ਹੈ। ਤਾਂ ਮੁਸਲਿਮ ਲੀਗ ਨੇ ਕਿਸੇ ਤਰ੍ਹਾਂ ਯੈਸ ਕਰ ਦਿੱਤੀ, ਠੀਕ ਹੈ, ਔਰ ਫਿਰ ਹੋਏ ਇਲੈਕਸ਼ਨਸ। ਤੇ ਇੰਡੀਅਨ ਲੀਡਰਸ ਤਾਂ ਪਹਿਲਾਂ ਹੀ ਪਤਾ ਨਹੀਂ ਕਿੰਨੇ ਲੰਬੇ ਟਾਈਮ ਤੋਂ ਇਸ ਚੀਜ਼ ਦੀ ਵੇਟ ਕਰ ਰਹੇ ਸੀ, ਤੇ ਫਾਈਨਲੀ ਉਹ ਦਿਨ ਆਇਆ ਜਦੋਂ ਕਨਸਟੀਟਿਊਐਂਟ ਅਸੈਂਬਲੀ ਦੀ ਫਾਰਮੇਸ਼ਨ ਦੇ ਲਈ ਇਲੈਕਸ਼ਨ ਹੋਏ, ਠੀਕ ਹੈ, ਓਕੇ। ਤੇ ਇਹਨਾਂ ਇਲੈਕਸ਼ਨਸ ਦੇ ਲਈ ਟੋਟਲ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ 389 ਮੈਂਬਰ ਸੀਗੇ ਜਿਨ੍ਹਾਂ ਨੂੰ ਰੱਖਿਆ ਗਿਆ, ਠੀਕ ਹੈ, ਓਕੇ। ਇਹਦੇ ਵਿੱਚੋਂ 296 ਸੀਟਸ ਬ੍ਰਿਟਿਸ਼ ਇੰਡੀਆ ਦੇ ਵਿੱਚੋਂ ਆਈਆਂ ਤੇ 93 ਸੀਟਸ ਜੋ ਹੈ ਇਹ ਉਸ ਟਾਈਮ ਦੀਆਂ ਪ੍ਰਿੰਸਲੀ ਸਟੇਟਸ ਦੇ ਵਿੱਚੋਂ ਦਿੱਤੀਆਂ ਗਈਆਂ। ਇਹ 296 ਦੀ ਅੱਗੋਂ ਤੁਸੀਂ ਯਾਦ ਰੱਖੋਗੇ ਮੇਨ 4 ਮੈਂਬਰਸ, ਠੀਕ ਹੈ, ਕਿਉਂਕਿ 4 ਮੈਂਬਰ ਚੀਫ ਕਮਿਸ਼ਨਰ ਦੇ ਪ੍ਰੋਵਿੰਸਿਸ ਦੇ ਵਿੱਚੋਂ ਲਏ ਗਏ ਸੀਗੇ। ਇਹਨਾਂ ਨੂੰ ਤੁਸੀਂ A B C D ਦੇ ਨਾਲ ਯਾਦ ਰੱਖ ਲੈਣਾ, ਠੀਕ ਹੈ। A ਤੇ ਹੈ ਅਜਮੇਰ ਮਾਰਵਾੜਾ, B ਤੇ ਹੈ ਬ੍ਰਿਟਿਸ਼ ਬਲੂਚਿਸਤਾਨ, C ਤੇ ਹੈ ਕੁਰਗ ਐਂਡ D ਤੇ ਰਹੇਗਾ ਦਿੱਲੀ, ਠੀਕ ਹੈ। ਤੇ ਬਾਕੀ ਦੇ ਜਿਹੜੇ 292 ਹੈ ਨਾ, ਇਹ ਗਵਰਨਰਸ ਦੇ ਪ੍ਰੋਵਿੰਸਿਸ ਦੇ ਵਿੱਚੋਂ ਲਏ ਗਏ ਸੀ, ਠੀਕ ਹੈ। ਔਰ ਜਿਹੜੇ 93 ਹੈ ਇਹ ਤਾਂ ਅਸੀਂ ਹੁਣੇ ਕੀਤਾ ਕਿ ਇਹ ਸੀਟਸ ਪ੍ਰਿੰਸਲੀ ਸਟੇਟਸ ਨੂੰ ਐਲੋਕੇਟ ਕਰ ਦਿੱਤੀਆਂ ਗਈਆਂ, ਠੀਕ ਹੈ, ਆਲਰਾਈਟ। ਇਸ ਤੋਂ ਬਾਅਦ ਇਹਦੇ ਵਿੱਚ ਕੀ ਹੋਇਆ ਜੀ, ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੋਈ। ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਮਤਲਬ ਹਰ 10 ਲੱਖ ਦੀ ਪੋਪੂਲੇਸ਼ਨ ਦੇ ਮਗਰ ਇੱਕ ਸੀਟ ਨੂੰ ਐਲੋਕੇਟ ਕੀਤਾ ਗਿਆ ਔਰ ਇੱਥੇ ਸਿੰਗਲ ਟ੍ਰਾਂਸਫਰੇਬਲ ਵੋਟ ਦੇ ਨਾਲ ਇਲੈਕਸ਼ਨਸ ਕਰਵਾਏ ਗਏ, ਠੀਕ ਹੈ। ਮੈਂ ਤੁਹਾਨੂੰ ਸਿੰਗਲ ਟ੍ਰਾਂਸਫਰੇਬਲ ਵੋਟ ਦੇ ਬਾਰੇ ਦੇ ਵਿੱਚ ਜੋ ਲੂਸੈਂਟ ਦੇ MCQ ਦੇ ਸੈਸ਼ਨਸ ਵਿੱਚ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਕਵਰ ਕਰਵਾਇਆ ਹੋਇਆ ਹੈ, ਇੱਥੇ ਮੈਂ ਤੁਹਾਨੂੰ ਜਸਟ ਇੱਕ ਓਵਰਵਿਊ ਦੇ ਦਿੰਦੀ ਹਾਂ ਸਿੰਪਲ ਲੈਂਗੁਏਜ ਦੇ ਵਿੱਚ, ਠੀਕ ਹੈ। ਜਿੱਦਾਂ ਕਿ ਮੰਨ ਲਓ ਇਲੈਕਸ਼ਨ ਹੁੰਦੇ ਆ MP MLA ਦੇ ਔਰ ਤੁਸੀਂ ਉੱਥੇ ਵੋਟ ਪਾਉਣ ਜਾਂਦੇ ਹੋ ਤਾਂ ਤੁਸੀਂ ਕਿਸੇ ਇੱਕ ਪਾਰਟੀ ਨੂੰ ਵੋਟ ਪਾਉਂਦੇ ਹੋ, ਯਾਨੀ ਕਿ ਤੁਹਾਡੀ ਇੱਕ ਵੋਟ ਇੱਕ ਪਾਰਟੀ ਦੀ ਹੈ, ਠੀਕ ਹੈ। ਅਗਰ ਮੰਨ ਲਓ ਤੁਸੀਂ ਆਪ ਨੂੰ ਵੋਟ ਪਾਈ ਔਰ BJP ਜਿੱਤ ਗਈ ਤਾਂ ਤੁਹਾਡੀ ਵੋਟ ਦਾ ਦੇਖਿਆ ਜਾਏਗਾ ਕੋਈ ਵਰਥ ਨਹੀਂ ਹੈ, ਠੀਕ ਹੈ, ਉਹ ਵੋਟ ਦੁਬਾਰਾ ਅੱਗੇ ਜਾ ਕੇ ਕੰਮ ਨਹੀਂ ਆਈ, ਹੈ ਨਾ। ਬਟ ਜਿਹੜੀ ਸਿੰਗਲ ਟ੍ਰਾਂਸਫਰੇਬਲ ਹੁੰਦੀ ਹੈ ਨਾ ਵੋਟ, ਇਹਦੇ ਵਿੱਚ ਕੋਈ ਵੀ ਵੋਟ ਵੇਸਟ ਨਹੀਂ ਹੁੰਦੀ। ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ 4 ਪਰਸਨ ਹੈ ਜੋ ਇਲੈਕਸ਼ਨ ਦੇ ਵਿੱਚ ਖੜੇ ਹੋਏ A B C and D, ਠੀਕ ਹੈ, ਔਰ ਜਦੋਂ ਤੁਹਾਡੇ ਕੋਲੋਂ ਬੈਲਟ ਪੇਪਰ ਲਿਆਂਦਾ ਗਿਆ ਜਿਹਦੇ ਤੇ ਤੁਸੀਂ ਵੋਟ ਪਾਣੀ ਹੈ ਤਾਂ ਉਹਦੇ ਵਿੱਚ ਨਾ ਤੁਹਾਡੇ ਕੋਲੋਂ 4 ਹੀ ਆਪਸ਼ਨਸ ਮੰਗੀਆਂ ਗਈਆਂ, ਪਹਿਲੀ, ਦੂਸਰੀ, ਤੀਸਰੀ ਐਂਡ ਚੌਥੀ, ਠੀਕ ਹੈ। ਇਹਦੇ ਵਿੱਚ ਤੁਸੀਂ ਕੀ ਕਰੋਗੇ, ਤੁਸੀਂ ਨਾ ਇਹ ਦੱਸੋਗੇ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੇ ਵਾਲਾ ਕੈਂਡੀਡੇਟ ਕਾਬਿਲ ਲੱਗਦਾ ਹੈ। ਤਾਂ ਪਹਿਲੇ ਨੰਬਰ ਤੇ ਤੁਸੀਂ B ਨੂੰ ਵੋਟ ਪਾਤੀ, ਦੂਸਰੇ ਤੇ ਤੁਸੀਂ ਬੋਲਿਆ ਕਿ ਮੈਂ D ਦਾ ਫੇਵਰ ਕਰਦਾ, ਤੀਸਰੇ ਤੇ A ਐਂਡ ਚੌਥੇ ਤੇ C। ਮੰਨ ਲਓ ਯਾਨੀ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜੋ B ਹੈ ਨਾ, ਇਹ ਮੈਂ ਚਾਹਨਾ ਕਿ ਪਹਿਲੇ ਨੰਬਰ ਤੇ ਇਸ ਵੋਟ ਨੂੰ ਜਿੱਤੇ। ਬਾਈ ਚਾਂਸ ਅਗਰ ਇਹ ਨਹੀਂ ਜਿੱਤਦਾ ਤਾਂ ਮੈਂ ਚਾਹੂੰਗਾ D ਜਿੱਤੇ, D ਵੀ ਨਹੀਂ ਜਿੱਤਦਾ ਤਾਂ ਤੀਸਰੇ ਨੰਬਰ ਤੇ ਮੈਂ A ਨੂੰ ਵੋਟ ਪਾਉਂਦਾ ਤੇ ਮੇਰੀ ਚੌਥੇ ਨੰਬਰ ਦੀ ਪ੍ਰੈਫਰੈਂਸ ਦੀ ਵੋਟ C ਕੋਲ ਗਈ, ਠੀਕ ਹੈ। ਤਾਂ ਫਿਰ ਕਾਊਂਟਿੰਗ ਕਰਕੇ ਜਿੰਨੂੰ ਸਭ ਤੋਂ ਜ਼ਿਆਦਾ 1 ਨੰਬਰ ਵਾਲੀਆਂ ਪ੍ਰੈਫਰੈਂਸ ਮਿਲੀਆਂ ਹੁੰਦੀਆਂ ਉਹ ਵਾਲਾ ਪਰਸਨ ਜਿੱਤ ਜਾਂਦਾ ਹੈ। ਐਸੇ ਹੀ ਬੇਸ ਦੇ ਉੱਪਰ ਸਾਡੇ ਦੇਸ਼ ਦੇ ਵਿੱਚ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨਸ ਵੀ ਹੁੰਦੇ ਨੇ, ਠੀਕ ਹੈ। ਤਾਂ ਐਦਾਂ ਕਰਕੇ ਫਿਰ ਸਿੰਗਲ ਟ੍ਰਾਂਸਫਰੇਬਲ ਵੋਟ ਨੂੰ ਉਸ ਟਾਈਮ ਤੇ ਵੀ ਯੂਜ਼ ਕੀਤਾ ਗਿਆ, ਆਲਰਾਈਟ। ਇਸ ਤੋਂ ਬਾਅਦ ਇਹ ਜਿਹੜੀ ਕੈਬਨਿਟ ਹੈ ਨਾ, ਇਹਦੇ ਵਿੱਚ ਪਾਰਸ਼ਲੀ ਇਲੈਕਟਡ ਮੰਨਿਆ ਗਿਆ ਇਸ ਨੂੰ ਔਰ ਪਾਰਸ਼ਲੀ ਨੋਮੀਨੇਟਡ ਮੰਨਿਆ ਗਿਆ, ਯਾਨੀ ਕਿ ਕੁਝ ਇੱਕ ਸੀਟਾਂ ਦੇ ਉੱਪਰ ਇਲੈਕਸ਼ਨ ਹੋਇਆ ਹੈ ਔਰ ਕੁਝ ਇੱਕ ਐਦਾਂ ਦੀਆਂ ਸੀਟਾਂ ਆ ਜਿਨ੍ਹਾਂ ਨੂੰ ਕਿ ਰਜਵਾੜਿਆਂ ਵੱਲੋਂ ਨੋਮੀਨੇਟ ਕੀਤਾ ਗਿਆ, ਠੀਕ ਹੈ, ਆਲਰਾਈਟ। ਤਾਂ ਇਹਦੇ ਵਿੱਚ ਜਿਹੜੇ 93 ਹੈਗੀ ਹੈ ਨਾ ਪ੍ਰਿੰਸਲੀ ਸਟੇਟਸ, ਇਹਨਾਂ ਨੂੰ ਤਾਂ ਪ੍ਰਿੰਸਲੀ ਸਟੇਟਸ ਵੱਲੋਂ ਹੀ ਨੋਮੀਨੇਟ ਕੀਤਾ ਗਿਆ ਸੀ ਤੇ 296 ਇਹ ਵਾਲੀਆਂ ਜਿਹੜੀਆਂ ਸੀਟਾਂ ਆ, ਠੀਕ ਹੈ,
ਇਹ ਸੀਗੀਆਂ ਜਿਨ੍ਹਾਂ ਨੂੰ ਕਿ ਇਲੈਕਸ਼ਨ ਦੇ ਨਾਲ ਚੂਜ਼ ਕੀਤਾ ਗਿਆ, ਰਾਈਟ। ਓਕੇ, ਹੁਣ ਕੀ ਹੋਇਆ ਜੀ, ਫਾਈਨਲੀ ਰਿਜ਼ਲਟ ਦਾ ਦਿਨ ਆ ਗਿਆ। ਰਿਜ਼ਲਟ ਕਿੱਦਾਂ ਰਹੇ ਜੀ, ਜਿਹੜੀ ਸਾਡੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹਨੂੰ ਬਹੁਤ ਜ਼ਿਆਦਾ ਹਾਈ ਲੈਵਲ ਦੇ ਉੱਪਰ ਵੱਡੀ ਗਿਣਤੀ ਦੇ ਉੱਪਰ ਜਿੱਤ ਹਾਸਿਲ ਹੋਈ, 208 ਸੀਟਾਂ ਦੇ ਉੱਪਰ ਆਈਐਨਸੀ ਜਿੱਤ ਗਈ, ਠੀਕ ਹੈ। ਬਟ ਜਿਹੜੀ ਮੁਸਲਿਮ ਲੀਗ ਹੈ ਇਹਦੇ ਕੋਲ ਸਿਰਫ ਔਰ ਸਿਰਫ 73 ਸੀਟਸ ਹੀ ਰਹੀਆਂ, ਓਕੇ। ਹੁਣ ਮੁਸਲਿਮ ਲੀਗ ਇੰਨੀਆਂ ਘੱਟ ਸੀਟਸ ਮਿਲੀਆਂ ਇਹਨਾਂ ਨੂੰ, ਤਾਂ ਇਹਨਾਂ ਨੂੰ ਲੱਗਿਆ ਕਿ ਹੁਣ ਤਾਂ ਜੀ ਸਾਡਾ ਜਿਹੜਾ ਸੈਪਰੇਟ ਕੰਟਰੀ ਵਾਲੀ ਮੰਗ ਹੈ ਉਹ ਤਾਂ ਮੰਨੀ ਹੀ ਨਹੀਂ ਜਾਣੀ, ਠੀਕ ਹੈ। ਤਾਂ ਇਸ ਲਈ ਇਹਨਾਂ ਨੇ ਬੋਲਿਆ ਕਿ ਅਸੀਂ ਇਹ ਵਾਲੇ ਇਲੈਕਸ਼ਨਸ ਨੂੰ ਨਹੀਂ ਮੰਨਦੇ। ਇਹਨਾਂ ਨੇ ਕਨਸਟੀਟਿਊਐਂਟ ਅਸੈਂਬਲੀ ਦਾ ਕਰ ਦਿੱਤਾ ਬਾਈਕਾਟ, ਠੀਕ ਹੈ। ਐਸੇ ਕਰਕੇ ਫਿਰ ਜਿਹੜੇ ਇਹ ਮੈਂਬਰ 296 ਹੈ ਨਾ, ਉਹਨਾਂ ਦੇ ਵਿੱਚੋਂ ਲੀਗ ਨੇ ਆਪਣੇ ਨਾਮ ਲੈ ਲਏ ਵਾਪਿਸ, ਤੇ ਪਹਿਲੀ ਜਦੋਂ ਅਸੈਂਬਲੀ ਦੀ ਮੀਟਿੰਗ ਹੋਈ ਤਾਂ ਸਿਰਫ 211 ਹੀ ਐਦਾਂ ਦੇ ਪਰਸਨ ਸੀਗੇ ਜਿਨ੍ਹਾਂ ਨੇ ਕਿ ਅਸੈਂਬਲੀ ਦੇ ਵਿੱਚ ਇਹਨਾਂ ਵੱਲੋਂ ਪਾਰਟਿਸਿਪੇਟ ਕੀਤਾ, ਓਕੇ। ਤੇ ਕੁਝ ਪ੍ਰਿੰਸਲੀ ਸਟੇਟਸ ਵੀ ਸੀਗੀਆਂ ਜਿਨ੍ਹਾਂ ਨੇ ਪਹਿਲਾਂ ਕਨਸਟੀਟਿਊਐਂਟ ਅਸੈਂਬਲੀ ਦਾ ਬਾਈਕਾਟ ਕੀਤਾ ਸੀਗਾ, ਪਰ ਬਾਅਦ ਦੇ ਵਿੱਚ ਆ ਕੇ ਇਹਨਾਂ ਵਿੱਚੋਂ ਕਾਫੀ ਸਾਰੇ ਹੈ ਜੋ ਕਿ ਇਹਨੂੰ ਰੀਜੁਆਇਨ ਕਰ ਗਏ। ਈਵਨ ਇੰਡੀਅਨ ਡੋਮੀਨੀਅਨ ਵਾਲੇ ਜਿਹੜੇ ਮੁਸਲਿਮ ਲੀਗ ਦੇ ਮੈਂਬਰਸ ਹੈ ਉਹ ਵੀ ਅਸੈਂਬਲੀ ਦੇ ਵਿੱਚ ਬਾਅਦ ਵਿੱਚ ਆ ਕੇ ਸ਼ਾਮਿਲ ਹੋ ਗਏ, ਠੀਕ ਹੈ। ਤੇ ਫਿਰ ਜਿਹੜੀ ਟੋਟਲ ਗਿਣਤੀ ਹੈ 299 ਬਣ ਗਈ, ਜਿਹੜੀ ਕਿ ਸਟਾਰਟਿੰਗ ਦੇ ਵਿੱਚ 389 ਸੀ। ਇਹਦੇ ਵਿੱਚੋਂ 229 ਤਾਂ ਬ੍ਰਿਟਿਸ਼ ਪ੍ਰੋਵਿੰਸਿਸ ਦੇ ਵਿੱਚੋਂ ਸੀਗੇ ਔਰ 70 ਜਿਹੜੇ ਕਿ ਪ੍ਰਿੰਸਲੀ ਸਟੇਟਸ ਦੇ ਵਿੱਚੋਂ ਲਏ ਗਏ, ਠੀਕ ਹੈ। ਓਕੇ, ਹੁਣ ਸਾਡੀ ਕਨਸਟੀਟਿਊਐਂਟ ਅਸੈਂਬਲੀ ਬਣ ਗਈ ਇਲੈਕਸ਼ਨਸ ਤੋਂ ਬਾਅਦ, ਤਾਂ ਇਹਨੇ ਆਪਣੀਆਂ ਮੀਟਿੰਗਸ ਦਾ ਸਿਲਸਿਲਾ ਸਟਾਰਟ ਕੀਤਾ। ਪਹਿਲੀ ਮੀਟਿੰਗ ਦੇ ਵਿੱਚੋਂ ਕਾਫੀ ਜ਼ਿਆਦਾ ਕੁਐਸਚਨਸ ਪੁੱਛੇ ਜਾਂਦੇ ਆ। ਪਹਿਲੀ ਮੀਟਿੰਗ ਹੋਈ 9th of December 1946 ਦੇ ਵਿੱਚ। ਇਹਦੇ ਵਿੱਚ ਟੋਟਲ 211 ਮੈਂਬਰਸ ਨੇ ਇਸ ਨੂੰ ਅਟੈਂਡ ਕੀਤਾ ਸੀਗਾ, ਰਾਈਟ। ਓਕੇ, ਕਿਉਂਕਿ ਅਸੀਂ ਹੁਣੇ ਦੇਖਿਆ ਨਾ ਕਿ ਮੁਸਲਿਮ ਲੀਗ ਕਰਕੇ ਕਾਫੀ ਸਾਰੇ ਮੈਂਬਰ ਤਾਂ ਇਹਦੇ ਵਿੱਚੋਂ ਨਿਕਲ ਹੀ ਗਏ ਸੀ, ਓਕੇ। ਹੁਣ ਜਦੋਂ ਮੀਟਿੰਗ ਸਟਾਰਟ ਹੋਈ ਤਾਂ ਕੋਈ ਨਾ ਕੋਈ ਤਾਂ ਬੰਦਾ ਹੋਏਗਾ ਜਿਹੜਾ ਮੀਟਿੰਗ ਨੂੰ ਪ੍ਰੀਜ਼ਾਈਡ ਕਰੇਗਾ, ਤਾਂ ਪ੍ਰੈਜ਼ੀਡੈਂਟ ਨੂੰ ਚੁਣਿਆ ਜਾਣਾ ਸੀਗਾ ਜੋ ਕਿ ਸਾਡੇ ਕਨਸਟੀਟਿਊਐਂਟ ਅਸੈਂਬਲੀ ਦੀ ਫਸਟ ਮੀਟਿੰਗ ਨੂੰ ਹੈਡ ਕਰੇ। ਇਹਦੇ ਵੇਲੇ ਕੋਈ ਫਾਰਮਲ ਸਿਲੈਕਸ਼ਨ ਹੋਈ ਨਹੀਂ ਸੀ ਹਾਲੇ ਤੱਕ, ਇਸ ਲਈ ਅਸੀਂ ਕੀ ਕੀਤਾ, ਅਸੀਂ ਫੋਲੋ ਕੀਤਾ ਜੀ ਫ੍ਰੈਂਚ ਪ੍ਰੈਕਟਿਸ ਨੂੰ। ਇਹਦੇ ਅਕੋਰਡਿੰਗ ਕੀ ਹੁੰਦਾ ਹੈ, ਕਿਸੇ ਵੀ ਮੀਟਿੰਗ ਦੇ ਵਿੱਚ ਔਨ ਦਾ ਸਪੋਟ ਪ੍ਰੈਜ਼ੀਡੈਂਟ ਨੂੰ ਚੁਣਿਆ ਜਾਣਾ ਹੈ, ਤਾਂ ਪੂਰੇ ਹਾਲ ਦੇ ਵਿੱਚੋਂ ਜਿਹੜਾ ਵੀ ਸਭ ਤੋਂ ਏਜਡ ਯਾਨੀ ਕਿ ਸਭ ਤੋਂ ਬਜ਼ੁਰਗ ਪਰਸਨ ਹੁੰਦਾ ਸੀ ਨਾ, ਉਸੇ ਨੂੰ ਹੀ ਪ੍ਰੈਜ਼ੀਡੈਂਟ ਬਣਾ ਲਿਆ ਜਾਂਦਾ ਸੀ। ਤਾਂ ਐਸੇ ਬੇਸ ਦੇ ਉੱਪਰ ਫਿਰ ਸਾਡੀ ਕਨਸਟੀਟਿਊਐਂਟ ਅਸੈਂਬਲੀ ਦੇ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਏ ਗਏ ਡਾਕਟਰ ਸਚਿਦਾਨੰਦ ਸਿਨਹਾ। ਇਹਨਾਂ ਦਾ ਕੁਐਸਚਨ ਕਾਫੀ ਵਾਰ ਪੁੱਛਿਆ ਜਾਂਦਾ ਹੈ, ਤਾਂ ਇਹਨੂੰ ਤੁਸੀਂ ਯਾਦ ਰੱਖੋਗੇ, ਓਕੇ। ਆਲਰਾਈਟ, ਤਾਂ ਇਹ ਟੈਂਪਰੇਰੀ ਪ੍ਰੈਜ਼ੀਡੈਂਟ ਬਣੇ। ਬਾਅਦ ਦੇ ਵਿੱਚ ਕੀ ਹੋਇਆ, ਫਿਰ ਪਰਮਨੈਂਟ ਪ੍ਰੈਜ਼ੀਡੈਂਟ ਬਣਾਇਆ ਗਿਆ ਡਾਕਟਰ ਰਾਜੇਂਦਰ ਪ੍ਰਸਾਦ ਨੂੰ, ਓਕੇ। ਆਲਰਾਈਟ, ਇਹਦੇ ਨਾਲ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਇਸ ਅਸੈਂਬਲੀ ਦੇ ਵਿੱਚ 2 ਵਾਈਸ ਪ੍ਰੈਜ਼ੀਡੈਂਟ ਵੀ ਸੀਗੇ। ਇੱਕ ਹੈਗੇ ਆ HC ਮੁਖਰਜੀ ਐਂਡ ਦੂਸਰੇ ਦਾ ਨਾਮ ਰਹੇਗਾ VT ਕ੍ਰਿਸ਼ਨਾਮਾਚਾਰਿਆ, ਓਕੇ। ਇਹ ਵੀ ਇੰਪੋਰਟੈਂਟ ਹੈ। ਔਰ BN ਰਾਓ ਨੂੰ ਲੀਗਲ ਐਡਵਾਈਜ਼ਰ ਬਣਾਇਆ ਗਿਆ ਕਨਸਟੀਟਿਊਐਂਟ ਅਸੈਂਬਲੀ ਦੇ, ਓਕੇ, ਠੀਕ ਹੈ। ਹੁਣ ਪਹਿਲੀ ਮੀਟਿੰਗ ਰਹੀ ਜੀ ਸਾਡੀ ਫਾਰਮਲ ਮੀਟਿੰਗ, ਓਕੇ। ਤੇ ਸਾਡੀ ਕਨਸਟੀਟਿਊਐਂਟ ਅਸੈਂਬਲੀ ਨੂੰ ਫ੍ਰੀ ਇੰਡੀਆ ਦੀ ਪਹਿਲੀ ਪਾਰਲੀਮੈਂਟ ਵੀ ਬੋਲਿਆ ਜਾਂਦਾ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੇਗਾ, ਯਾਦ ਰੱਖਣਾ। ਕਿਉਂ ਬੋਲਿਆ ਜਾਂਦਾ ਜੀ, ਕਿਉਂਕਿ ਇਹ ਸੀਗੀ ਇੱਕ ਸੋਵਰਨ ਬੋਡੀ ਜੋ ਕਿ ਆਪਣੀ ਮਰਜ਼ੀ ਦੇ ਅਕੋਰਡਿੰਗ ਕਨਸਟੀਟਿਊਸ਼ਨ ਨੂੰ ਫਰੇਮ ਕਰ ਸਕਦੀ ਸੀਗੀ, ਠੀਕ ਹੈ। ਔਰ ਬ੍ਰਿਟਿਸ਼ਰਸ ਨੇ ਇੰਡੀਆ ਦੇ ਲਈ ਜਿਹੜੇ ਵੀ ਲਾਅ ਬਣਾਏ ਸੀ ਉਹਨਾਂ ਨੂੰ ਚੇਂਜ ਕਰ ਸਕਦੀ ਸੀਗੀ। ਤਾਂ ਇਸ ਦਾ ਮਤਲਬ ਇਹ ਅਸੈਂਬਲੀ ਇਦਾਂ ਦੀ ਹੈ ਜਿਹੜੀ ਕਿ 2 ਕੰਮ ਕਰ ਰਹੀ ਹੈ। ਪਹਿਲੀ ਚੀਜ਼, ਇਹ ਕਨਸਟੀਟਿਊਸ਼ਨ ਨੂੰ ਬਣਾ ਰਹੀ ਹੈ। ਦੂਸਰਾ, ਇੱਕ ਲੈਜਿਸਲੇਟਿਵ ਬਾਡੀ ਦੀ ਤਰ੍ਹਾਂ ਵੀ ਪਰਫਾਰਮ ਕਰ ਰਹੀ ਹੈ, ਠੀਕ ਹੈ, ਨੋ ਪ੍ਰੋਬਲਮ। ਤਾਂ ਦੇਖੋ ਹੁਣ ਇਹਦੇ ਜਿਹੜੇ ਦੋਨੋਂ ਕੰਮ ਹੈ ਨਾ, ਇਹ ਕਰਦੇ ਸੀ ਅਲੱਗ-ਅਲੱਗ ਟਾਈਮ ਦੇ ਉੱਪਰ। ਜਦੋਂ ਤਾਂ ਇਹ ਇੱਕ ਕਨਸਟੀਟਿਊਸ਼ਨਲ ਬਾਡੀ ਹੋਏਗੀ, ਠੀਕ ਹੈ, ਉਦੋਂ ਇਹਦੇ ਪ੍ਰੈਜ਼ੀਡੈਂਟ ਅਲੱਗ ਹੁੰਦੇ ਸੀਗੇ, ਤੇ ਜਦੋਂ ਇਹ ਇੱਕ ਲੈਜਿਸਲੇਸ਼ਨ ਬਾਡੀ ਹੋਏਗੀ ਉਦੋਂ ਅਲੱਗ ਪ੍ਰੈਜ਼ੀਡੈਂਟ ਰਹਿਣਗੇ, ਠੀਕ ਹੈ, ਓਕੇ। ਕਨਸਟੀਟਿਊਸ਼ਨਲ ਬਾਡੀ ਦੇ ਟਾਈਮ ਦੇ ਉੱਪਰ ਇਹਦੇ ਪ੍ਰੈਜ਼ੀਡੈਂਟ ਹੁੰਦੇ ਸੀ ਡਾਕਟਰ ਰਾਜੇਂਦਰ ਪ੍ਰਸਾਦ ਐਂਡ ਲੈਜਿਸਲੇਟਿਵ ਕੰਮ ਕਰਦੇ ਹੋਏ ਇਹਨੂੰ ਚੇਅਰ ਕਰਦੇ ਸੀਗੇ ਮਿਸਟਰ ਮਾਵਲੰਕਰ, ਓਕੇ। ਆਲਰਾਈਟ, ਹੁਣ ਕੀ ਹੋਇਆ, ਇਹਦੇ ਤੋਂ ਬਾਅਦ ਨਾ ਇੱਕ ਦਿਨ ਆਇਆ 13th December 1946 ਦਾ, ਬਿਲਕੁਲ ਲੈਂਡਮਾਰਕ ਚੇਂਜ ਹੋਇਆ ਇਸ ਦਿਨ ਸਾਡੇ ਕਨਸਟੀਟਿਊਸ਼ਨ ਦੇ ਲਈ, ਠੀਕ ਹੈ। ਤਾਂ ਇਹ ਡੇਟ ਤੁਹਾਡੇ ਜ਼ਿਹਨ ਦੇ ਵਿੱਚ ਬੈਠ ਜਾਣੀ ਚਾਹੀਦੀ ਹੈ। ਇਸ ਮੀਟਿੰਗ ਦੇ ਵਿੱਚ ਕੀ ਹੋ ਰਿਹਾ ਜੀ, ਤੁਹਾਨੂੰ ਪਤਾ ਹੈ ਸਾਡੇ ਕਨਸਟੀਟਿਊਸ਼ਨ ਦੇ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਇੱਕ ਪੇਜ ਹੈ। ਇਸ ਦੇ ਬਾਰੇ ਅਸੀਂ ਫਿਊਚਰ ਦੇ ਵਿੱਚ ਤਾਂ ਡਿਸਕਸ ਕਰਨਾ ਹੀ ਹੈ। ਉਸ ਨੂੰ ਕੀ ਬੋਲਦੇ ਆ, ਪ੍ਰੀਮਬਲ।
जिस तरह तुहाडी किताब हुंदी है ना, तुहाडी किताब दे सब तो फ्रंट पेज दे उपर लिखिया हुंदा है किहड़े पेज दे विच किहड़ा लैसन दिता होया बुक च, ठीक है। बिल्कुल इसे तरह प्रीम्बल जिहड़ा है ना, ये एक तरह तुसीं कह लो इंट्रोडक्शन हुंदी है साडे कॉन्स्टिट्यूशन दी, ठीक है। ते प्रीम्बल नूं फॉर्म करन दे लई 13 दिसंबर 1946 बहुत ही ज़्यादा इंपॉर्टेंट डेट रहेगी, बिकॉज इस दिन साडे देश के प्राइम मिनिस्टर मिस्टर जवाहर लाल नेहरू ने की कीता सीगा, रूल्स एंड प्रिंसिपल्स दा एक पेपर है जो कि असैंबली दे सामने पेश किया। ਇਹਦੇ ਵਿੱਚ ਨਾ ਇਹਨਾਂ ਨੇ अपना विजन शेयर किया सीगा कि ਜਿਹੜਾ ਸਾਡੇ देश ਦਾ कॉन्स्टिट्यूशन है ये किस तरह ਦਾ होना चाहिए। मीन ਇਹਦੇ ਵਿੱਚ ਸਾਡੇ कॉन्स्टिट्यूशन ਦੀ फॉर्मेशन ਕਰਨ ਦੇ ਲਈ फिलोसफी ਨੂੰ प्रेजेंट किया गया सी, ठीक है। ऐसे पेपर ਨੂੰ ਬੋਲਿਆ ਜਾਂਦਾ ਆ ऑब्जेक्टिव रेजोल्यूशन, ओके। ਤਾਂ ਇਹ ਪੁੱਛਿਆ ਜਾਂਦਾ ਹੈ ਕਿੰਨਾ ਨੇ ਪੇਸ਼ ਕੀਤਾ ਸੀ, याद रख लेना, ऑलराइट। ਤੇ ਇਹਨਾਂ ऑब्जेक्टिव रेजोल्यूशन ਦੇ बेस ਦੇ ਉੱਪਰ ही ਸਾਡੇ कॉन्स्टिट्यूशन ਦਾ ਅੱਜ ਦਾ जो प्रीम्बल है थोड़ा बहुत मॉडिफाई करके डिजाइन किया गया, ओके, ऑलराइट। ਤਾਂ ਇਹਦੀ ਜਿਹੜੀ ਐਸ ਕਨਸਟੀਟਿਊਸ਼ਨ ਦੇ ਵਿੱਚ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਪੇਸ਼ ਕਰਨ ਦੀ ਡੇਟ ਤਾਂ 13 ਦਸੰਬਰ 46 ਹੀ ਹੈ, ਬਟ ਅਗਰ ਤੁਹਾਡੇ ਕੋਲ ਪੁੱਛਿਆ ਜਾਏ ਕਨਸਟੀਟਿਊਐਂਟ ਅਸੈਂਬਲੀ ਨੇ ਇਹਨੂੰ ਅਡਾਪਟ ਕਦੋਂ ਕੀਤਾ, ਤਾਂ ਇਹ ਬਾਅਦ ਦੇ ਵਿੱਚ 22 ਜਨਵਰੀ 1947 ਨੂੰ ਕੀਤਾ ਗਿਆ ਸੀ, ਠੀਕ ਹੈ, ऑलराइट। ਤਾਂ ਹੁਣ ਅਸੀਂ ਇੱਥੇ ਦੋ ਬੜੇ ਇੰਪੋਰਟੈਂਟ ਦਿਨ ਕਰ ਲਏ ਹੈ, ਆਬਜੈਕਟਿਵ ਰੈਜ਼ੋਲੂਸ਼ਨ ਵਾਲਾ ਦਿਨ ਕਰ ਲਿਆ ਔਰ ਦੂਸਰਾ ਅਸੀਂ ਸਾਡੀ ਪਹਿਲੀ ਮੀਟਿੰਗ ਦਾ ਦਿਨ ਕਰ ਲਿਆ, ਠੀਕ ਹੈ। बट अगर तुहाडे कोल पुछा जाए साडी कॉन्स्टिट्यूएंट असैंबली दियां टोटल मीटिंग्स किन्नियां होईयां, तां 11 मीटिंग्स टोटल होईयां सीगियां, ठीक है। और साडे कॉन्स्टिट्यूशन नूं बनन दे विच 2 साल देन 11 महीने 18 दिन दा टाइम लग्या, ठीक है, ऑलराइट। इस तो बाद फिर की होया जी, इस तो बाद फिर साडी एस कॉन्स्टिट्यूशन असैंबली ने अपनी फाइनल सैशन कीता जो कि 24 जनवरी 1950 ਨੂੰ ਕੀਤਾ ਗਿਆ ਸੀਗਾ, ऑलराइट। बट इसका मतलब ये नहीं हैगा कि हुण इस तो बाद साडी कॉन्स्टिट्यूएंट असैंबली खत्म हो गई, इनू डिसोल्व नहीं किया गया, बल्कि ये पहले की तरह ही अपने पार्लीमेंट की तरह यानी टैंपरेरी पार्लीमेंट की तरह काम करती रही 26 जनवरी तक, ठीक है। क्योंकि 26 जनवरी देखो हुण साडा कॉन्स्टिट्यूशन बन तां गया सीगा पर हाले इनू लागू नहीं किया गया। साडे देश के लीडर्स ने बोलिया कि असी इनू लागू करांगे जी 26 जनवरी नू। क्यों जी? क्योंकि 26 जनवरी साडी हिस्टरी दे विच जदों मॉडर्न हिस्टरी करांगे उहदे विच ऐदां दा पहला दिन सीगा जिस नू साडे लीडर्स दे वल्लों इंडिया दी आज़ादी दा दिन घोषित किया गया सीगा, ठीक है, इसलिए ऑलराइट। फिर उस तो बाद 26 जनवरी 1950 तक प्रोविजनल पार्लीमेंट की तरह साडी कॉन्स्टिट्यूएंट असैंबली ही काम करती रही और फिर 1951-52 दे विच जाके पहली बार जनरल इलैक्शन होए, ठीक है, और उदों फिर साडी एक्चुअल पार्लीमेंट नू फॉर्म कर दिता गया, ठीक है। ते जदों साडा कॉन्स्टिट्यूशन बनाया जा रहा सीगा 60 कंट्रीज दे कॉन्स्टिट्यूशन नू साडे कॉन्स्टिट्यूशन मेकर्स ने स्टडी किया, ओके, और उन्हां दे जिन्ने भी बेस्ट फीचर सीगे उन्हां नू फिर साडे कॉन्स्टिट्यूशन दे विच शामिल किया गया, राइट। हुण असीं इत्थे दो बहुत ही इंपॉर्टेंट मेन काम देख ले जो साडी असैंबली ने कीते। इहदे नाल नाल कुछ होर भी काम है जो बहुत ही ज़्यादा इंपॉर्टेंट ने, अक्सर पेपरां दे विच पुछ लए जांदे है, तां इसलिए इन्हां नूं भी देख लैंदे आ कि कॉन्स्टिट्यूएंट असैंबली ने कदों कदों होर किहड़े-किहड़े काम कीते। तां इन्हां ने नैशनल फ्लैग नूं 22 जुलाई 1947 नूं अडॉप्ट किया, नैशनल सॉन्ग नूं 24 जनवरी 1950 नूं, नैशनल एंथम नूं भी 24 जनवरी 1950 नूं ही अडॉप्ट किया गया, ठीक है। इस तो बाद इन्हां ने पहले प्रेसिडेंट इंडिया दे मिस्टर डॉक्टर राजेंद्र प्रसाद जी नूं बनाया और ये भी 24 जनवरी 1950 नूं ही बनाया गया सीगा, ठीक है। तां ये तुसीं सारे ही याद रख लेना। एक चीज़ होर, जदों साडा कॉन्स्टिट्यूशन बनिया सी ओरिजिनली यह हिंदी दे विच नहीं लिखिया गया सी, ठीक है, इनू सिर्फ और सिर्फ इंग्लिश दे विच ही लिखिया गया सी, ठीक है। बाद दे विच जाके फिर साडे कॉन्स्टिट्यूशन दे विच एक अमेंडमेंट की गई, राइट, और उसे अमेंडमेंट दे बेस के उपर ही हिंदी नूं इहदे विच शामिल किया गया सीगा। ये अमेंडमेंट रहेगी 58th अमेंडमेंट जो कि 1987 दे विच होई सीगी और ਇਹਦੇ ਨਾਲ ਕੀ ਹੋਇਆ ਸਾਡੇ ਕਨਸਟੀਟਿਊਸ਼ਨ ਦੇ 12ਵੇਂ ਭਾਗ ਦੇ ਵਿੱਚ ਆਰਟੀਕਲ 394A ਨੂੰ ਇਨਕਲੂਡ ਕੀਤਾ ਗਿਆ ਜਿਸ ਦੇ ਵਿੱਚ ਬੋਲਿਆ ਗਿਆ ਸਾਡੇ ਦੇਸ਼ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਨਾ
ਉਹਨਾਂ ਨੂੰ ਇਹ ਅਥਾਰਟੀ ਦਿੱਤੀ ਜਾਂਦੀ ਹੈ ਕਿ ਕਨਸਟੀਟਿਊਸ਼ਨ ਨੂੰ ਹਿੰਦੀ ਦੇ ਵਿੱਚ ਟ੍ਰਾਂਸਲੇਟ ਕਰਨ ਦੀ ਅਥਾਰਟੀ ਮਿਲੇਗੀ। ਓਕੇ, ਆਲਰਾਈਟ, ਹੁਣ ਅਸੀਂ ਇੱਥੇ ਕੁਝ ਹੋਰ ਇੰਪੋਰਟੈਂਟ ਫੈਕਟਸ ਨੂੰ ਦੇਖ ਲੈਂਦੇ ਆ। ਰਾਈਟ, ਤਾਂ ਦੇਖੋ ਸਾਡੀ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਸੀਗੀ ਹੈ ਨਾ, ਐਂਡ ਦੀ ਸੀਲ ਦੇ ਉੱਪਰ ਯਾਨੀ ਕਿ ਇਹਦੇ ਸਿੰਬਲ ਦੇ ਵਜੋਂ ਐਲੀਫੈਂਟ ਨੂੰ ਰੱਖਿਆ ਗਿਆ। ਠੀਕ ਹੈ, ਦੈਨ ਚੀਫ ਡਰਾਫਟਸਮੈਨ ਬਣੇ ਕਨਸਟੀਟਿਊਸ਼ਨ ਦੇ SN ਮੁਖਰਜੀ, ਔਰ ਇਹਦੇ ਵਿੱਚ ਕੈਲੀਗ੍ਰਾਫਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਨਸਟੀਟਿਊਸ਼ਨ ਦੇ ਅਲੱਗ ਰਹਿਣਗੇ, ਪ੍ਰੀਮਬਲ ਦੇ ਅਲੱਗ। ਠੀਕ ਹੈ, ਕਨਸਟੀਟਿਊਸ਼ਨ ਦੇ ਕੈਲੀਗ੍ਰਾਫਰ ਰਹੇ ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ, ਉਹਨਾਂ ਨੇ ओरिजिनल ਵਰਜ਼ਨ ਲਿਖਿਆ ਸੀਗਾ। ਠੀਕ ਹੈ, ਇਟਾਲੀਅਨ ਦੇ ਵਿੱਚ। ਉਸ ਤੋਂ ਬਾਅਦ ਡੈਕੋਰੇਟ ਕਿਸਨੇ ਕੀਤਾ? ਬਿਓਹਰ ਰਾਮ ਮਨੋਹਰ ਸਿਨਹਾ ਐਂਡ ਨੰਦਲਾਲ ਬੋਸ ਨੇ। ਅਗਰ ਤੁਸੀਂ ਪ੍ਰੀਮਬਲ ਦੇ ਦੇਖੋਗੇ ਕੈਲੀਗ੍ਰਾਫਰ, ਇਹ ਹੈਗੇ ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ। ਓਕੇ, ਐਂਡ ਬਿਊਟੀਫਾਈ ਕੀਤਾ ਗਿਆ ਪ੍ਰੀਮਬਲ ਨੂੰ ਬਿਓਹਰ ਰਾਮ ਮਨੋਹਰ ਦੇ ਵੱਲੋਂ ਹੀ, ਔਰ ਹਿੰਦੀ ਵਰਜ਼ਨ ਦੀ ਕੈਲੀਗ੍ਰਾਫੀ ਕੀਤੀ ਵਸੰਤ ਕ੍ਰਿਸ਼ਨ ਵੈਦਿਆ ਨੇ, ਔਰ ਇਹਨੂੰ ਬਿਊਟੀਫਾਈ ਕੀਤਾ ਗਿਆ ਨੰਦਲਾਲ ਬੋਸ ਦੇ ਵੱਲੋਂ। ਠੀਕ ਹੈ, ਤੇ ਫਾਈਨਲ ਲਾਸਟ ਟਾਈਮ ਸਾਡੀ ਜਿਹੜੀ ਅਸੈਂਬਲੀ ਮਿਲੀ ਸੀ ਨਾ 24 ਜਨਵਰੀ 1950 ਨੂੰ, ਉਸੇ ਦਿਨ ਹੀ ਇਹਨਾਂ ਸਭ ਨੇ ਇੱਥੇ ਸਿਗਨੇਚਰ ਕੀਤੇ ਸੀਗੇ। ਰਾਈਟ, ਔਰ ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਹਿੰਦੀ ਦੇ ਵਿੱਚ ਬਹੁਤ ਲਾਸਟ ਤੇ ਜਾ ਕੇ ਫਿਰ ਇਹਨੂੰ ਟ੍ਰਾਂਸਲੇਟ ਕੀਤਾ ਗਿਆ ਸੀ। ਰਾਈਟ, ਓਕੇ, ਤਾਂ ਇੱਥੇ ਅੱਜ ਅਸੀਂ ਕਨਸਟੀਟਿਊਐਂਟ ਅਸੈਂਬਲੀ ਦੇ ਬਾਰੇ ਵਿੱਚ ਡਿਟੇਲ ਦੇ ਵਿੱਚ ਕਵਰ ਕਰ ਲਿਆ, ਸਪੈਸੀਫਿਕਲੀ ਇਹਦੀ ਬੈਕਗ੍ਰਾਉਂਡ ਨੂੰ ਵੀ, ਹੈ ਨਾ। ਤੇ ਬਾਕੀ ਪਾਰਟ ਹੁਣ ਅਸੀਂ ਨੈਕਸਟ ਕਲਾਸ ਦੇ ਵਿੱਚ ਦੇਖਾਂਗੇ। ਉਸ ਦੇ ਵਿੱਚ ਅਸੀਂ ਪ੍ਰੀਮਬਲ ਕਨਸਟੀਟਿਊਐਂਟ ਦੇ ਜਿਹੜੇ ਸੇਲੀਐਂਟ ਫੀਚਰਸ ਹੈ ਉਹਨਾਂ ਬਾਰੇ ਡਿਸਕਸ ਕਰਾਂਗੇ, ਨਾਲ ਹੀ 1947 ਦੀ ਕੈਬਨਿਟ ਬਾਰੇ ਦੇਖਾਂਗੇ, ਇੰਪੋਰਟੈਂਟ ਮਿਨਿਸਟਰੀਜ਼ ਵਗੈਰਾ ਨੂੰ ਡਿਸਕਸ ਕਰਾਂਗੇ, ਤੇ ਧੀਰੇ ਧੀਰੇ ਫਿਰ ਅਸੀਂ ਕਨਸਟੀਟਿਊਸ਼ਨ ਦੇ ਸਕੇਡਿਊਲਸ, ਆਰਟੀਕਲਸ, ਹੈ ਨਾ, ਦੈਨ ਪਾਰਟਸ, ਇਹਨਾਂ ਸਾਰਿਆਂ ਦੇ ਬਾਰੇ ਵਿੱਚ ਪੜਾਂਗੇ। ਐਂਡ ਮੈਨੂੰ ਉਮੀਦ ਹੈਗੀ ਹੈ ਕਿ ਅੱਜ ਦੇ ਸੈਸ਼ਨ ਦੇ ਵਿੱਚ ਤੁਹਾਨੂੰ ਡੈਫੀਨੇਟਲੀ ਕੁਛ ਨਾ ਕੁਛ ਜ਼ਰੂਰ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਅਗਰ ਤੁਹਾਨੂੰ ਇਹ ਸੈਸ਼ਨ ਅੱਛਾ ਲੱਗਿਆ ਤਾਂ ਇਹਨੂੰ ਸ਼ੇਅਰ ਕਰਨਾ ਐਜ਼ ਮੈਕਸ ਐਜ਼ ਯੂ ਕੈਨ, ਸੋ ਦੈਟ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਇਸ ਨੂੰ ਅਪਰੋਚ ਕਰ ਸਕਣ। ਓਕੇ, ਮਿਲਦੇ ਹਾਂ ਫਿਰ ਅਸੀਂ ਕੱਲ ਦੇ ਸੈਸ਼ਨ ਦੇ ਵਿੱਚ। ਨੈਕਸਟ ਸੈਸ਼ਨ ਦੇ ਵਿੱਚ ਅਸੀਂ ਕਰਾਂਗੇ 2 ਡੇਜ਼ ਦੇ ਕਰੰਟ ਅਫੇਅਰਸ ਨੂੰ ਕਵਰ, ਜੋ ਕਿ ਤੁਹਾਨੂੰ ਕੱਲ ਮਿਲੇਗਾ। ਰਾਈਟ, ਔਰ PDF ਦੇ ਲਈ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾ। With these words, thank you so much. Have a nice time. Bye-bye.